ਅੱਲਾਹ ਤੁਹਾਡੇ ਨਾਲ ਗੱਲਾਂ ਕਰਦਾ। ਮਤਲਬ ਕਿਸ ਤਰ੍ਹਾਂ ਦੀ ਗੁਫ਼ਤਗੂ ਚਾਹੁੰਦੇ ਹੋ ਤੁਸੀਂ? ਦੁਆ ਤੇ ਹਰ ਕੋਈ ਇਨਸਾਨ ਕਰਦਾ, ਔਰ ਅੱਲਾਹ ਤਾਲਾ ਬੇਸ਼ੱਕ ਉਹ ਬੜੇ ਅੱਛੇ ਤਰੀਕੇ ਦੇ ਭਾਈ ਨਾਲ ਦੇਖੋ ਨਾ, ਮੇਰਾ ਸਵਾਲ ਇੱਕ ਕਰਨ ਦਾ ਮਕਸਦ ਇਹ ਹੈ ਕਿ ਮੈਂ ਪੁੱਛਿਆ ਕਿ ਹਾਂ ਮਤਲਬ ਕੈਸਰ ਸਾਹਿਬ ਮੌਜੂਦ ਹੋ ਕਿ ਸੌਂ ਗਏ ਹੋ? ਮਤਲਬ ਕੈਸਰ ਸਾਹਿਬ ਲੈ ਇਹ ਵੀ ਸੁੱਤੇ ਪਏ ਨੇ। ਮਲਕ ਸਾਹਿਬ ਇੱਕ ਸੈਕਿੰਡ, ਮੈਂ ਨਾ ਬੈਗ ਤੋਂ ਮੈਸੇਜ ਕਰਨਾ। ਪਤਾ ਨਹੀਂ ਆਮਰ ਭਾਈ ਗੱਡੀ ਤੋਂ ਆ ਰਹੇ ਨੇ, ਲੇਕਿਨ ਤੁਹਾਨੂੰ ਸਵਾਲ ਦਾ ਜਵਾਬ ਲਾਜ਼ਮੀ ਲੱਭੇਗਾ, ਟੈਨਸ਼ਨ ਨਹੀਂ ਲੈਣੀ। ਜੀ ਭਾਈ ਵੇਟ ਕਰ ਰਿਹਾ। ਹਾਂ ਟੈਨਸ਼ਨ ਨਹੀਂ ਲੈਣੀ। ਤੁਹਾਡੇ ਮੈਨੂੰ ਲਿਖਣਾ ਸ਼ੁਰੂ ਮੈਂ ਕਰ ਦਿੱਤਾ ਸਿੰਧਿਆਂ ਨੇ ਕਿ ਮਰਜ਼ਈ ਮਰਜ਼ਈ ਲਾਹੌਲ ਵਾਲਾ ਕੂਆ ਕਿਹਨੇ ਤਾਂ ਲਿਖਣਾ ਸ਼ੁਰੂ ਕਰ ਕहीं ਆ ਥੱਲੇ ਉਹ ਲਿਖ ਇੱਕ ਦੇਣਾ। ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਿੰਦਰ ਸਾਹਿਬ ਕੋਈ ਕਿਰਮੇ ਹਾਕੀ ਸਾਹਿਬ ਬਰਾਏ ਮਿਹਰਬਾਨੀ ਕੋਈ ਕਿਸੇ ਕਿਸਮ ਦੀ ਐਸੀ ਕੋਈ ਗੱਲ ਨਹੀਂ ਕਰਨੀ, ਜਿਹਦੇ ਨਾਲ ਕਰਨਾ ਹੈ ਨਾ ਉਹਦੇ ਨਾਲ ਤੁਹਾਨੂੰ نہیں ساڈا گل ہے نا نجف عباس بڑا آسان جو جواب ہے اساں اللہ نے آسان تو ساکھنا بنایا ہے، اور رہی گل اللہ کالی ساڈا کوئی ایسا کوئی بالکل نہیں ہے کہ ਭਾਈ ਜੀ ਭਾਈ ہاں جی ਤੁਸੀਂ ਬੋਲੋ, ਮੈਂ ਸੁਣ ਰਿਹਾ ਭਾਈ, ਤੁਸੀਂ ਬੋਲੋ। ਮਿੰਟ ਪਤਾ ਕੀ ਇਸ ਚੀਜ਼ ਦਾ ਜਵਾਬ ਜਿਹੜਾ ਨਾ ਤੁਹਾਨੂੰ ਇੱਕ ਮੁਦੱਲਲ ਗੁਫ਼ਤਗੂ ਦੇ ਨਾਲ ਅਸੀਂ ਤੇ ਦੇਣਾ ਰੈਂਡਮ, ਅਸੀਂ ਜਨਾਬ ਅਸੀਂ ਸਿੱਖਣ ਵਾਸਤੇ ਬੈਠੇ ਹੋਏ ਆ, ਤੁਸੀਂ ਆਏ ਹੋ ਮੈਂ ਵੀ ਤਾਂ ਸਿੱਖਣਾ ਭਾਈ। ਵੇਖੋ ਤੁਹਾਡੀ ਬਰੋਡ ਸੁਣ ਰਿਹਾ ਹਾਂ, ਮਾਸ਼ਾਅੱਲਾ ਇਲਮੀ ਬਰੋਡ ਚੱਲ ਰਹੀ ਸੀ, ਇਸਲਾਮੀ ਬਰੋਡ ਚੱਲ ਰਹੀ ਸੀ, ਤੇ ਮੈਂ ਹਰ ਬੰਦਾ ਫਿਰਕਿਆਂ ਤੇ ਗੱਲ ਕਰ ਲਿਆ, ਉਰਲੀਆਂ ਗੱਲਾਂ ਕਰ ਲਿਆ, ਪਰਲੀਆਂ। ਮੈਂ ਕਿਹਾ ਅੱਲਾਹ ਤਾਲਾ ਦੇ ਵੀ ਤੇ ਗੱਲ ਹੋਣੀ ਚਾਹੀਦੀ ਹੈ ਨਾ ਕਿ ਕਿੰਨਾ ਕੁ ਬੰਦੇ ਦਾ ਤਲਕ ਅੱਲਾਹ ਤਾਲਾ ਨਾਲ ਹੈ ਤੇ ਅੱਲਾਹ ਤਾਲਾ ਦਾ ਕਿੰਨਾ ਤਲਕ ਬੰਦੇ ਨਾਲ। ਮੇਨ ਚੀਜ਼ ਤੇ ਭਾਈ ਵੇਖੋ ਨਾ, ਅੱਲਾਹ ਹੈ ਨਾ, ਲਾ ਇਲਾਹਾ ਇਲੱਲਾਹ, ਲਾ ਇਲਾਹਾ ਇਲੱਲਾਹ। ਬਾਕੀ ਤਾਂ ਗੱਲਾਂ ਬਾਅਦ ਦੀਆਂ ਨੇ। ਲਾ ਇਲਾਹਾ ਇਲੱਲਾਹ ਵੇਖੋ ਜੀ, ਤੁਸੀਂ ਇਨਕਾਰ ਕਰਦੇ ਹੋ ਕਿ ਲਾ ਕਰਦੇ ਹੋ ਨਾ। ਮੈਂ ਭਈਆ ਨਾ ਲਾ ਇਲਾਹਾ ਇਲੱਲਾਹ ਨਹੀਂ ਕੋਈ ਮਾਬੂਦ ਅੱਲਾਹ ਕੇ ਸਿਵਾ, ਨਹੀਂ ਕੋਈ ਮਾਬੂਦ। ਤਮਾਮ ਮਾਬੂਦਾਂ ਨੇ ਬਾਤਲਾਂ ਦਾ ਇਨਕਾਰ ਕਰਦੇ ਹੋ ਕਿ ਨਹੀਂ ਕਰਦੇ? ਜੀ ਭਾਈ ਜਦੋਂ ਤਮਾਮ ਮਾਬੂਦਾਂ ਨੇ ਸਭ ਤੋਂ ਬਹੁਤਾ ਪਿਆਰ ਕਰਨੇ ਆ ਨਾ, ਤੇ ਕੀ ਬੰਦਾ ਉਹਦੇ ਕੋਲ ਸਵਾਲ ਨਹੀਂ ਪੁੱਛ ਸਕਦਾ? ਸਰ ਤੁਸੀਂ ਕਿਉਂ ਨਹੀਂ ਪੁੱਛ ਸਕਦੇ ਯਾਰ? ਆਮਰ ਭਾਈ ਨੂੰ ਮਤਲਬ ਬੈਕ ਐਂਡ ਤੇ ਮੈਸੇਜ ਕਰੀ ਜਲਦੀ ਕਰੇ ਜਰਾ ਯਾਰ, ਪਤਾ ਨਹੀਂ ਕੀ ਹੋ ਗਿਆ, ਇੱਕਦਮ ਮਸਰੂਫ ਹੋ ਗਏ ਨੇ। اچھا جی سوال ہو گیا ہاں جی ہاں جی تلک بلا کا سوال ہو رہا ہے، ذرا ہاتھ اولا ہی رکھیو، ڈھڈے نہ ہوئے، وہ نہیں جے مبارک نہیں ہے۔ ਭਾਈ ਤੁਹਾਡਾ ਇੰਟਰਨੈਟ ਜਿਹੜਾ ਨਾ ਉਹ ਬੜਾ ਸਖਤ ਚੱਲ ਰਿਹਾ। بات صحیح آ رہی؟ ہاں جی ہوں صحیح آ رہی ہے۔ تلک بلا تے گل ہو رہی ہے جی کہ اللہ تعالیٰ دے نال تسی گلاں کر سکتے ہو۔ اور میرے خیال نال وہی دا 36واں حصہ ہے اپنا ابو بکر میر بھائی، تہاڈے نیٹ تے کوئی ایشو آ رہا ہے؟ ਉਹ ਭਾਈ ਦਾ ਦਰੂਦ ਸ਼ਰੀਫ ਪੜ੍ਹ ਕੇ ਫੂਕੋ ਤਾਂ ਕਿ ਉਹਨਾਂ ਦਾ ਨੈਟ ਸਹੀ ਹੋਵੇ। اچھا بے شک سارے پڑھو اللہم صلی علی محمد وعلی آل محمد کما صلیت علی ابراہیم وعلی آل چیمہ صاحب ابو بکر میر بھائی کی مسئلہ بن گیا نیٹ نو؟
अमर भाई समझ नहीं आ रही नेट शापर हुए है जी जी मैं आ गया ਹਾਂਜੀ 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 ਤਲਕ ਬਿੱਲਾ ਦੀ ਗੱਲ ਹੋ ਰਹੀ ਹੈ। अच्छा ते तलक बिल्ला तो चीमा साहब की मुराद है ਤੁਹਾਡੀ ਕੀ ਕਹਿਣਾ ਚਾਹ ਰਹੇ ਹੋ ਤੇ ਮਤਲਬ ਕੀ ਤਲਕ ਬਿੱਲਾ चीमा ਦਾ साहब की ਮਤਲਬ सवाल ਕੀ कर रहे मैं ਕੀ ਇਹ भाई ਮਫਹੂਮ सवाल ਕੀ पूछ रहा वां कि की साडा अल्लाह ताला नाल तलक हैगा ਜੀ ਬਿਲਕੁਲ ਹੈਗਾ ਜੀ ਅੱਲਾਹ ਤਾਲਾ ਦੇ ਨਾਲ ਤਲਕ ਹੈ ਲੇਕਿਨ ਤੁਸੀਂ अल्लाह ਕਿਸ अल्लाह ਕਿਸਮ ਦਾ अल्लाह ਤਲਕ ਮਤਲਬ ਪੁੱਛ ਤੇ ਸੁਣ ਤੇ ਲੋ ਨਾ ਭਾਈ ਕੀ ਅੱਲਾਹ ਤਾਲਾ ਸਾਡੀਆਂ ਦੁਆਵਾਂ ਸੁਣਦਾ ਬਿਲਕੁਲ ਸੁਣਦਾ ਹੈ ਜੀ ਜੀ ਤੇ ਅੱਲਾਹ ਤਾਲਾ ਸਾਨੂੰ ਕਈ ਗੱਲਾਂ ਤੋਂ ਮਨਾ ਵੀ ਕੀਤਾ ਤੇ ਕਈ ਗੱਲਾਂ ਤੋਂ ਰੋਕਿਆ ਮੈਂ ਜਿਹੜੀ ਗੱਲ ਪੁੱਛ ਰਿਹਾ ਪਹਿਲੇ ਉਹ ਤੇ ਕਲੀਅਰ ਕਰੋ ਨਾ ਜੀ ਭਾਈ ਮਤਲਬ ਤਲਕ ਬਿੱਲਾ ਤੋਂ ਅੱਲਾਹ ਤੁਹਾਡੀਆਂ ਦੁਆਵਾਂ ਸੁਣਦਾ ਹੈ जी ਠੀਕ ਹੈ जी ਲੇਕਿਨ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਅੱਲਾਹ ਤਾਲਾ ਅੱਗੋਂ ਕਿਸ ਤਰ੍ਹਾਂ ਜਵਾਬ ਦਿੰਦਾ ਹੈ ਜਾਂ ਕਿਸ ਤਰ੍ਹਾਂ ਦੀਆਂ ਦੁਆਵਾਂ ਨੇ ਜਿਹੜੀਆਂ ਕਬੂਲ ਕਰਦਾ ਹੈ ਅੱਗੋਂ ਅੱਲਾਹ ਤੁਹਾਨੂੰ ਜਵਾਬ ਵੀ ਦਿੰਦਾ ਹੈ ਉਹਦਾ ਰਿਸਪੌਂਸ ਦਿੰਦਾ ਹੈ नहीं ਕੀ ਜ਼ਰਾ ਕਲੀਅਰ ਗੱਲ मेरे कहने ਕਰੋ का ਨਾ मतलब है अल्लाह ताला हुण भी बोलदा ਦੇਖੋ ਬਿਲਕੁਲ ਬੋਲਦਾ ਜੀ ਅੱਲਾਹ ਅੱਲਾਹ ਇਹ ਜਿਹੜਾ ਤੁਸੀਂ ਕੁਰਾਨ ਦੇ ਪੜ੍ਹਦੇ ਹੋ एक मिनट सॉरी ਇਹ ਜਿਹੜਾ ਕੁਰਾਨ ਮਜੀਦ ਹੈ ਇਹ ਕੀ ਹੈ ਇਹਦਾ ਨਾਂ ਕੀ ਹੈ ਕੁਰਾਨ ਜਿਹਨੂੰ ਕਹਿੰਦੇ ਅੱਲਾਹ ਦਾ ਕਲਾਮ ਕਹਿੰਦੇ ਨੇ मैं पूछया कि अल्लाह ताला हुण भी बोलदा बंदे ਮੈਂ ਜਿਹੜੀ ਗੱਲ ਕਰ ਰਿਹਾ ਕਿ ਜਿਹੜਾ ਕੁਰਾਨ ਮਜੀਦ ਹੈ ਇਹਨੂੰ ਅੱਲਾਹ ਦਾ ਕਲਾਮ ਕਿਹਾ ਜਾਂਦਾ ਹੈ जी भाई ਤੇ ਇਹ ਕਿਆਮਤ ਤੱਕ ਮਹਿਫੂਜ਼ ਹੈ जी भाई ਤੇ ਅੱਲਾਹ ਦਾ ਕਲਾਮ ਤੇ ਕਿਆਮਤ ਤੱਕ ਮਹਿਫੂਜ਼ ਹੈ ਤੇ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ ਇਸ ਤੋਂ ਇਲਾਵਾ ਯਾਨੀ ਕਿ ਮਜ਼ੀਦ ਇਸ ਤੋਂ ਇਲਾਵਾ ਕੋਈ ਕਿਤਾਬ ਤੁਹਾਨੂੰ ਚਾਹੀਦੀ ਹੈ लाहौल वाला कुआ तक इंज दी गल कर ਨਹੀਂ ਤੁਸੀਂ ਜਿਹੜਾ ਗੱਲ ਕਰ ਰਹੇ ਹੋ ਕਿ ਅੱਲਾਹ ਤਾਲਾ ਕਲਾਮ ਕਰਦਾ ਹੈ ਹਾਲੇ ਵੀ ਬੋਲਦਾ ਹੈ, ਮੈਂ ਕਹਿ ਰਿਹਾ ਕਿ ਇਹ ਅੱਲਾਹ ਤਾਲਾ ਦਾ ਕਲਾਮ ਸਾਡੇ ਕੋਲ ਹੈ हाँ जी कोल है उस तो इलावा भी मैं गल कीती है कि अल्लाह ताला रब है ना साडा कि दुआ मंगने आ ਜੀ 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 अल्लाह सुनिया मैनू बहुता दवी ਹਾਂਜੀ या अल्लाह सुनिया मेरे ते रहमत करी या अल्लाह हाँ जी। मियां मैनू मैनू माफ करी मेरी कोई गलती हो ਹਾਂਜੀ ਹਾਂਜੀ अल्लाह ताला हुण भी सुनदा है ना ਬਿਲਕੁਲ ਸੁਣਦਾ ਹੈ जवाब भी देंदा है उनदा ਜੀ ਦਿੰਦਾ ਹੈ जी बस ऐ पूछना चाह ਨਹੀਂ ਮੈਂ ਹੁਣ ਗੱਲ ਤੁਹਾਨੂੰ ਕਰ ਰਿਹਾ ਨਾ ਇੱਕ ਮਿੰਟ ਠਹਿਰਿਆ ਜੇ ਇਦਾਂ ਚ ਜੀ ਭਾਈ ਜੀ जी ਅੱਛਾ ਅੱਲਾਹ ਤਾਲਾ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਤਲਕ ਬਿੱਲਾ ਦੀ ਅੱਲਾਹ ਤਾਲਾ ਕਲਾਮ ਕਰਦਾ ਹੈ ਤੇ ਅੱਲਾਹ ਤਾਲਾ ਜਵਾਬ ਵੀ ਦਿੰਦਾ ਹੈ ਤੇ ਬੰਦੇ ਤੱਕ ਉਹ ਜਵਾਬ ਪਹੁੰਚ ਜਾਂਦਾ ਹੈ जी बिल्कुल ਅੱਛਾ मैं एक चीज ਕੋਈ ਮਿਸਾਲ ਦਿਓਗੇ ਕਿ ਬੰਦੇ ਜਿਹੜਾ ਅੱਲਾਹ ਤਾਲਾ मिसाल अल्लाह दी दां के अल्लाह ताला तो या ਬੰਦੇ ਦੀ ਦਿਓ नार्मल ਬੰਦੇ ਦੀ ਦਿਓ मां कितना प्यार करदी है अपने पुत्र नाल ਮੈਂ ਕਹਿ ਰਿਹਾ ਉਸ ਬੰਦੇ ਦਾ ਨਾਮ ਲਵੋ ਜਿਸ ਬੰਦੇ ਤੱਕ ਅੱਲਾਹ ਦੀ ਗੱਲ ਜਿਹੜੀ ਹੈ ਨਾ ਉਹ ਪਹੁੰਚ ਗਈ ਹੈ ਹੁਣ ਅੱਲਾਹ ਤਾਲਾ ਮਤਲਬ ਮੌਜੂਦ ਕੋਈ ਗੱਲ ਕਰਦਾ ਹੈ ਜਵਾਬ ਦਿੰਦਾ ਹੈ ਤੇ ਉਸ ਬੰਦੇ ਤੱਕ ਉਹ ਦੁਆ ਜਿਹੜੇ ਜਵਾਬ ਪਹੁੰਚ ਜਾਂਦਾ ਹੈ ਉਹ ਬੰਦਾ ਕਿਹੜਾ ਹੈ ਸੌਰੀ ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ ਇੱਕ ਵਾਰੀ ਫਿਰ ਸਵਾਲ ਪੁੱਛੋ ਆਪਣਾ ਮੈਂ ਇਹ ਪੁੱਛਿਆ ਵੇ ਕਿ ਤੁਸੀਂ ਕਹਿ ਰਹੇ ਹੋ ਕਿ ਅੱਲਾਹ ਤਾਲਾ ਵੀ ਜਵਾਬ ਦਿੰਦਾ ਹੈ ਕੀਤੀ ਹੈ ਨਾ ਕਿ ਮਿਸਾਲ ਤੇ ਮੈਂ ਮਿਸਾਲ ਦੇਣ ਲੱਗਾ ਹਾਂ ਤੁਸੀਂ ਆਖਿਆ ਬੰਦੇ ਦਾ ਨਾਮ ਲਵੋ ਇਹ ਚੀਜ਼ ਤੁਸੀਂ ਆਖਿਆ ਕਿ ਅੱਲਾਹ ਦੀ ਮਿਸਾਲ ਦਵਾਂ ਜਾਂ ਬੰਦੇ ਦੀ ਮੈਂ ਤੁਹਾਨੂੰ ਪੁੱਛਿਆ ਕਿ ਅੱਲਾਹ ਤਾਲਾ ਦੇ ਮੁਤਾਬਕ ਤੁਹਾਨੂੰ ਮਿਸਾਲ ਦਵਾਂ ਜੋ ਅੱਲਾਹ ਤਾਲਾ ਮੈਂ ਤੁਹਾਨੂੰ ਇਹ ਕਹਿ ਰਿਹਾ ਵਾਂ ਕਿ ਨਾਰਮਲ ਇੱਕ ਦੇਸੀ ਮਿਸਾਲ ਤੁਹਾਨੂੰ ਦਵਾਂ ਨਹੀਂ ਮੈਨੂੰ ਵਲੈਤੀ ਚਾਹੀਦੀ ਹੈ ਨਾ ਦੇਸੀ ਨਹੀਂ ਚਾਹੀਦੀ ਮੈਂ ਸਿਰਫ ਇਹ ਗੱਲ ਕਰ ਰਿਹਾ ਕਿ ਜਦੋਂ ਅੱਲਾਹ ਤਾਲਾ ਕੋਲੋਂ ਅਸੀਂ ਦੁਆ ਕਰਨੇ ਆ ਤੇ ਅੱਲਾਹ ਤਾਲਾ ਦਾ ਕਲਾਮ ਜਦੋਂ ਅੱਲਾਹ ਤਾਲਾ ਕਰਦਾ ਹੈ ਤੇ ਉਹ ਜਿਹੜਾ ਕਲਾਮ ਹੈ ਬੰਦੇ ਤੱਕ ਉਹਦਾ ਜਵਾਬ ਅੱਲਾਹ ਤਾਲਾ ਨਾਲ ਪਹੁੰਚਦਾ ਹੈ ਉਹ ਬੰਦੇ ਦੀ ਕੋਈ ਮਿਸਾਲ ਦਿਓ ਹਾਂ ਕਿਸ ਬੰਦੇ ਤੱਕ ਅੱਲਾਹ ਦਾ ਜਵਾਬ ਪਹੁੰਚਿਆ ਤੇ ਉਸ ਬੰਦੇ ਨੇ ਦੱਸਿਆ ਕਿ ਮੈਨੂੰ ਇਹ ਜਵਾਬ ਪਹੁੰਚਿਆ ਮੇਰੇ ਨਾਲ ਅੱਲਾਹ ਬੋਲਦਾ ਹੁਣ ਮੈਂ ਰੱਬ ਕੋਲ ਜੋ ਮੰਗਣਾ ਮੈਨੂੰ ਬੋਲਦਾ ਤੇ ਤੁਹਾਨੂੰ ਅੱਲਾਹ ਦਾ ਜਵਾਬ ਪਹੁੰਚਦਾ ਜੀ ਬਿਲਕੁਲ ਅੱਛਾ ਅੱਲਾਹ ਤਾਲਾ ਨੂੰ ਪੁੱਛ ਕੇ ਦੱਸੋ ਹਾਂ ਕਿ ਮੈਨੂੰ ਹੁਣ ਭੁੱਖ ਲੱਗੀ ਹੈ ਤੇ ਮੈਂ ਕੀ ਖਾਵਾਂ ਅੱਲਾਹ ਤਾਲਾ ਆਖਿਆ ਮੈਂ ਰਿਜ਼ਕ ਹਲਾਲ ਬਣਾਇਆ ਜੋ ਮਰਜ਼ੀ ਨਹੀਂ ਪੁੱਛ ਕੇ ਦੱਸੋ ਪੁੱਛ ਕੇ ਦੱਸਾਂ ਹਾਂਜੀ ਸਪੈਸੀਫਿਕ ਸ਼ੈ ਕੋਈ ਦੱਸੋ ਪੁੱਛ ਕੇ ਮਾਸ਼ਾਅੱਲਾ ਬੜੀ ਪਿਆਰੀ ਗੱਲ ਕੀਤੀ ਚਾਹੀਦਾ ਨਹੀਂ ਤੁਸੀਂ ਤੇ ਆਖਦੇ ਤੁਹਾਡੇ ਨਾਲ ਅੱਲਾਹ ਤੁਹਾਨੂੰ ਜਵਾਬ ਦਿੰਦਾ ਹੈ ਤੇ ਇਹ ਜ਼ਰਾ ਜਵਾਬ ਲੈ ਕੇ ਦਿਓ ਹਾਂ ਮੈਨੂੰ ਹੁਣ ਭੁੱਖ ਲੱਗੀ ਤੇ ਮੈਂ ਕੀ ਖਾਣਾ ਮੈਂ ਇੱਥੇ ਬੈਠਾ ਤੁਹਾਡਾ ਇੰਤਜ਼ਾਰ ਕਰ ਰਿਹਾ ਤੇ ਮੈਨੂੰ ਜ਼ਰਾ ਜਵਾਬ ਲੈ ਕੇ ਦਿਓ ਹਾਂ ਫਿਰ ਮੈਂ ਉਸ ਹਿਸਾਬ ਨਾਲ ਲੱਗੋ ਖਾਣਾ ਖਾਣ ਹੁਣ ਉਹ ਅੱਲਾਹ ਤਾਲਾ ਦੇ ਜਵਾਬ ਦੇਣਗੇ ਲੇਕਿਨ ਇਹ ਗੱਲ ਤੇ ਅਜੀਬ ਹੋ ਗਈ ਨਾ ਕਿ ਭੁੱਖ ਲੱਗੀ ਅੱਲਾਹ ਕੋਲੋਂ ਪੁੱਛੋ ਕਿ ਮੈਂ ਕੀ ਖਾਵਾਂ ਹਾਂ ਮੈਂ ਤੁਹਾਡੇ ਕੋਲ ਪੁੱਛ ਰਿਹਾ ਨਾ ਮੈਂ ਅੱਲਾਹ ਕੋਲ ਪੁੱਛ ਕੇ ਦੱਸੋ ਮੈਂ ਅੱਲਾਹ ਕੋਲ ਪੁੱਛਣਾ ਵਾ ਕਿ ਮੈਨੂੰ ਰਹਿਮਤ ਦੇ ਮੂਸਾ ਸਾਹਿਬ ਮੈਂ ਜਿਹੜੀ ਗੱਲ ਕੀਤੀ ਦੇ ਮੂਸਾ ਸਿੰਪਲ ਜਿਹਾ ਜਵਾਬ ਦਿਓ ਨੇ ਤੁਸੀਂ ਹੁਣੇ ਚੀਮਾ ਸਾਹਿਬ ਤੁਸੀਂ ਹੁਣੇ ਮੈਨੂੰ ਜਵਾਬ ਦਿੱਤਾ ਤੁਸੀਂ ਆਖਿਆ ਕਿ ਬਿਲਕੁਲ ਅੱਲਾਹ ਮੇਰੇ ਨਾਲ ਗੱਲ ਕਰਦਾ ਹੈ ਤੇ ਅੱਲਾਹ ਦਾ ਜਵਾਬ ਵੀ ਮੇਰੇ ਤੱਕ ਪਹੁੰਚਦਾ ਹੈ ਤੁਸੀਂ ਸੁਣਦੇ ਹੋ ਅੱਲਾਹ ਦਾ ਜਵਾਬ ਜੀ ਇਹ ਗੱਲ ਕੀਤੀ ਨਾ ਤੁਸੀਂ ਮੈਂ ਬਿਲਕੁਲ ਅੱਲਾਹ ਤਾਲਾ ਕੁਰਾਨ ਵਿੱਚ ਬੋਲਦਾ ਹਰ ਲਫ਼ਜ਼
ਜਿਹੜੀ ਗੱਲ ਤੁਸੀਂ ਕੀਤੀ ਹੈ ਉਹਦੇ ਤੇ ਕਾਇਮ ਰਹਿਣਾ, ਉਹਦੇ ਤੇ ਕਾਇਮ ਰਹਿਣਾ ਜਿਹੜੀ ਗੱਲ ਕੀਤੀ ਹੈ। ਕਾਇਮ ਆ, ਮੈਂ ਹਰ ਚੀਜ਼ ਤੇ ਕਾਇਮ ਆ ਸਭ, ਤੁਸੀਂ ਟੈਨਸ਼ਨ ਕਿਤੇ ਲੱਗੋ, ਮੈਂ ਕਾਇਮ ਆ। ਤੁਸੀਂ ਮੈਨੂੰ ਆਖਿਆ ਕਿ ਕੁਰਾਨ ਮਜੀਦ ਅੱਲਾ ਦੀ ਕਿਤਾਬ ਨਹੀਂ ਜੀ, ਜਿਹੜੀ ਗੱਲ ਮੈਂ ਕੀਤੀ ਹੈ ਉਹ ਤੇ ਅੱਲਾ ਦਾ ਕਲਾਮ। ਮੇਰੀ ਗੱਲ ਸੁਣੋ ਨਾ, ਮੈਂ ਕੀਤੀ ਹੈ ਨਾ, ਜਿਹੜੀ ਗੱਲ ਮੈਂ ਕੀਤੀ ਹੈ ਨਾ, ਸੁਣੋ ਪਹਿਲੇ, ਜਿਹੜੀ ਗੱਲ ਮੈਂ ਕੀਤੀ ਉਹਦਾ ਜਵਾਬ ਮੈਂ ਦੇਣਾ। ਸੁਣਾਓ ਮੇਰੀ ਗੱਲ ਤਾਂ ਸੁਣੋ। ਅੱਲਾਹ ਤਾਲਾ ਨੇ ਕੁਰਾਨ ਦੇ ਵਿੱਚ ਕੀ ਫਰਮਾਇਆ ਕਿ ਕਿਹੜਾ ਰਿਜ਼ਕ ਹਲਾਲ ਹੈ ਤੇ ਕਿਹੜਾ ਹਰਾਮ ਹੈ? ਗੱਲ ਪੂਰੀ ਹੋ ਗਈ ਹੈ? ਨਹੀਂ, ਹਾਲੇ ਤਾਂ ਪੂਰੀ ਹੋਈ ਨਹੀਂ ਬਈ। ਫੇਰ ਕਰੋ ਅੱਗੇ, ਕੰਪਲੀਟ ਕਰੋ ਗੱਲ। ਮੇਰੇ ਸਵਾਲ ਦਾ ਜਵਾਬ ਹੀ ਨਹੀਂ ਆਇਆ, ਤੁਸੀਂ ਤਾਂ ਮੈਨੂੰ ਉਰਲੀ ਪਰਲੀ ਫਰਜਾ ਰਹੇ ਹੋ, ਮੇਰੇ ਸਵਾਲ ਦਾ ਜਵਾਬ ਹੀ ਨਹੀਂ ਆਇਆ ਜੋ ਮੈਂ ਤੁਹਾਡੇ। ਅੱਛਾ ਦੇਖੋ, ਮੈਂ ਹੁਣ ਤੁਹਾਨੂੰ ਦੱਸਣਾ, ਮੈਂ ਤੁਹਾਨੂੰ ਜਵਾਬ ਦਿੱਤਾ ਹੈ। ਮੈਂ ਕਿਹਾ ਜੀ ਸਾਡੇ ਕੋਲ ਇੱਕ ਕਾਮਲ ਕਲਾਮ ਜਿਹੜਾ ਅੱਲਾ ਦਾ। ਇੱਕ ਮਿੰਟ, ਹੁਣ ਮੈਨੂੰ ਤੁਸੀਂ ਇਹ ਗੱਲ ਆਖੋ ਕਿ ਅੱਲਾ ਕੋਲ ਪੁੱਛ ਕੇ ਦੱਸ ਕਿ ਮੈਂ ਕੀ ਖਾਵਾਂ। ਅੱਲਾ ਤੁਹਾਡਾ ਕਲਾਮ ਕਰਦਾ ਹੈ? ਬੋਲ ਵਾਲਾ ਕੁਵਤ ਅੱਲਾਹ ਤਾਲਾ ਤੁਹਾਡਾ ਕਲਾਮ ਕਰਦਾ ਹੈ? ਕਲਾਮ ਮੇਰੇ ਨਾਲ ਨਹੀਂ ਕਰਦਾ ਨਾ, ਮੈਂ ਇਹਨਾਂ ਜੋਗਾ ਹੈਗਾ ਵਾ, ਲੇਕਿਨ ਅੱਲਾਹ ਤਾਲਾ ਮੈਨੂੰ ਜਵਾਬ। ਨਜਬ ਭਾਈ ਮੁੱਕਰ ਗਏ ਨੇ, ਨਜਬ ਭਾਈ ਇਹ ਤੇ ਮੁੱਕਰ ਗਏ ਨੇ ਯਾਰ। ਸਿੰਪਲ ਜਿਹਾ ਜਵਾਬ ਦਿਓ ਨੇ ਉਹਨਾਂ ਨੂੰ, ਕਹੋ ਮੂਸਾ ਸਾਹਿਬ, ਕਲੀਨਰ ਸਾਹਿਬ, ਉਹਨਾਂ ਨੂੰ ਕਹੋ ਕਿ ਮੈਂ ਦੇਖੋ ਜੀ ਅੱਲਾਹ ਤਾਲਾ ਕੋਲੋਂ ਕਿਉਂ ਪੁੱਛਣਾ ਜਦੋਂ ਨੇ। ਨਹੀਂ ਉਹ ਤਾਂ ਮੁੱਕਰ ਗਏ ਨੇ, ਉਹਨਾਂ ਹਾਲੇ ਹੁਣੇ 2 ਮਿੰਟ ਪਹਿਲੇ ਮੈਨੂੰ ਇਹ ਦੱਸਿਆ ਕਿ ਅੱਲਾਹ ਤਾਲਾ ਮੇਰਾ ਕਲਾਮ ਕਰਦਾ ਹੈ। ਬਾਈ ਗੱਲ ਸੁਣੋ, ਮੈਂ ਤੁਹਾਡੇ ਕੋਲ ਇਹ ਪੁੱਛਿਆ, ਮੈਂ ਸਵਾਲ ਪਤਾ ਕੀ ਪੁੱਛਿਆ ਕਿ ਕੀ ਤੁਹਾਡਾ ਅੱਲਾਹ ਪਾਕ ਨਾਲ ਤਲਕ ਹੈ ਤੇ ਅੱਲਾਹ ਪਾਕ ਤੁਹਾਨੂੰ ਸੁਣਦਾ ਤੇ ਅੱਲਾਹ ਪਾਕ ਤੁਹਾਨੂੰ ਜਵਾਬ ਦਿੰਦਾ। ਮੈਂ ਤੁਹਾਡੇ ਕੋਲ ਇਹ ਪੁੱਛਿਆ, ਤੁਸੀਂ ਉਲਟਾ ਮੇਰਾ ਸਵਾਲ ਮੇਰੇ ਤੋਂ ਪੁੱਛ ਰਹੇ ਹੋ ਬਾਈ। ਤੁਸੀਂ ਜਵਾਬ ਕੀ ਦਿੱਤਾ ਹੈ? ਤੁਸੀਂ ਜਵਾਬ ਕੀ ਦਿੱਤਾ ਹੈ ਕਿ ਅੱਲਾਹ ਤੁਹਾਡੇ ਨਾਲ ਕਲਾਮ ਕਰਦਾ ਹੈ, ਤੁਹਾਨੂੰ ਜਵਾਬ ਹੀ ਦਿੰਦਾ ਹੈ। ਗੱਲ ਤੁਸੀਂ ਕੀਤੀ ਹੈ ਪਿਆਰੇ ਭਾਈ, ਮੈਂ ਤਾਂ ਸਵਾਲ ਕੀਤਾ ਤੁਹਾਡੇ ਤੁਹਾਡੀ ਰਿਕਾਰਡਿੰਗ ਮੇਰੇ ਕੋਲ ਮਹਿਫੂਜ਼ ਹੋ ਗਈ ਹੈ। ਤੁਸੀਂ ਇੱਕ ਭਾਈ ਮੇਰੇ ਕੋਲ ਵੀ ਰਿਕਾਰਡਿੰਗ ਹੀ ਚੱਲ ਰਹੀ ਹੈ ਭਾਈ, ਟੈਨਸ਼ਨ ਨਾ ਲਓ। ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਇਹ ਦਿੱਤਾ ਵੇ ਕਿ ਅੱਲਾਹ ਤੁਹਾਡੇ ਨਾਲ ਕਲਾਮ ਵੀ ਕਰਦਾ ਹੈ ਤੇ ਤੁਹਾਨੂੰ ਜਵਾਬ ਵੀ ਦਿੰਦਾ ਹੈ। ਸਿੰਪਲ ਜਿਹਾ ਅੱਲਾਹ ਤਾਲਾ ਸਿੰਪਲ ਜਿਹਾ ਜਵਾਬ ਦੇਣ ਦਿਓ, ਸਿੰਪਲ ਜਿਹਾ ਜਵਾਬ ਮੈਨੂੰ ਦੇਣ ਦਿਓ। ਆਪਣਾ ਕਲੀਨਰ ਸਾਹਿਬ, ਬੇਸ਼ੱਕ ਅੱਲਾ ਹਰ ਬੰਦੇ ਦੇ ਉੱਤੇ ਮਤਲਬ ਕਿ ਹਰ ਬੰਦੇ ਦੇ ਨਾਲ ਹਰ ਤਰੀਕੇ ਦੇ ਨਾਲ ਉਹ ਕਲਾਮ ਉਹਦਾ ਰਹਿੰਦਾ ਹੈ। ਅੱਲਾ ਦਾ ਤੇ ਇੱਕ ਇਨਸਾਨ ਦਾ ਰਿਸ਼ਤਾ ਲਾਜ਼ਮੀ ਰਹਿੰਦਾ ਹੈ, ਲੇਕਿਨ ਇਹ ਵੀ ਸਿੰਪਲ ਜਵਾਬ ਲਵੋ ਤੇ ਵੀ ਭਾਈ ਉਹੀ ਗੱਲ ਤੇ ਕਰਦੇ ਨੇ ਜਿਹੜੀ ਮੈਂ ਕੀਤੀ। ਅੱਛਾ ਮੇਰੀ ਗੱਲ ਸੁਣੋ, ਮੇਰੀ ਗੱਲ ਤੇ ਸੁਣੋ, ਮੇਰੀ ਗੱਲ ਤੇ ਮੁਕੰਮਲ ਹੋ ਲੈਣ ਦਿਓ। ਅਬਦੁੱਲਾ ਖਾਨ ਸਾਹਿਬ ਇੱਕ ਸੈਕਿੰਡ ਮਾਈਕ ਮਿਊਟ ਕਰੋ, ਮੇਰਾ ਹੁਣ ਗੱਲ ਮੁਕੰਮਲ ਸੁਣ ਲਓ, ਠੀਕ ਹੈ? ਹੁਣ ਮੇਰੀ ਗੱਲ ਮੁਕੰਮਲ ਸੁਣ ਲਓ ਤੁਸੀਂ, ਮੇਰੀ ਗੱਲ ਮੁਕੰਮਲ ਹੋਣ ਦਿਓ। ਮੇਰੀ ਗੱਲ ਮੈਂ ਤੁਹਾਡੀ ਸੁਣੀ ਹੈ, ਹੁਣ ਮੇਰੀ ਗੱਲ ਮੁਕੰਮਲ ਹੋਣ ਦਿਓ। ਮੇਰੀ ਗੱਲ ਮੁਕੰਮਲ ਹੋਣ ਦਿਓ। ਸਾਲ ਦੀ ਗੱਲ ਸੁਣਾਂਗਾ ਭਾਈ, ਮੇਰਾ ਸਵਾਲ ਪਹਿਲਾਂ ਮੈਨੂੰ ਇੱਕ। ਅੱਛਾ ਨਜਬ ਭਾਈ ਮੈਂ ਆਖਰੀ ਗੱਲ ਸਵਾਲ ਕੀਤਾ ਪਿਆਰੇ ਭਾਈ, ਇੱਕ ਮਿੰਟ ਸਬਰ ਕਰੋ, ਮੈਂ ਹੁਣ ਆਖਰੀ ਗੱਲ ਕਰਨ ਲੱਗਾ ਵਾਂ। ਹੁਣ ਸਿਰਫ ਮੈਨੂੰ ਤੁਸੀਂ ਇੰਨਾ ਜਵਾਬ ਦੇਣਾ ਹੈ ਕਿ ਇੱਕ ਬੰਦਾ ਜਿਹਦਾ ਇਹ ਦਾਅਵਾ ਹੈ ਕਿ ਮੇਰਾ ਤਲਕ ਬਿੱਲਾ ਹੈ, ਅੱਲਾ ਦੇ ਨਾਲ ਮੇਰਾ ਤਲਕ ਹੈ, ਔਰ ਉਹ ਇਹ ਦਾਅਵਾ ਕਰਦਾ ਹੈ ਕਿ ਮੈਨੂੰ ਅੱਲਾ ਨੇ ਇਹ ਇਲਹਾਮ ਕੀਤਾ ਹੈ ਜਾਂ ਮੈਨੂੰ ਇਹ ਦੱਸਿਆ ਹੈ ਕਿ ਤੇਰਾ ਫਲਾਂ ਔਰਤ ਦੇ ਨਾਲ ਨਿਕਾਹ ਪੜਾ ਦਿੱਤਾ ਗਿਆ ਹੈ, ਲੇਕਿਨ ਉਹ ਮਰਦੇ ਦਮ ਤੱਕ ਉਸ ਔਰਤ ਦਾ ਉਹਦੇ ਨਾਲ ਨਿਕਾਹ ਨਹੀਂ ਹੁੰਦਾ, ਹਾਲਾਂਕਿ ਉਹ ਖਾਬਾਂ 'ਚ ਵੀ ਆਉਂਦੀ ਰਹਿੰਦੀ ਹੈ, ਹਾਲ ਵਿੱਚ ਵੀ ਆਉਂਦੀ ਹੈ ਕਿ ਉਹਨੂੰ ਨੰਗੀ ਵੇਖਦਾ ਹੈ, ਸਿਰ ਤੋਂ ਗੱਜੀ ਹੈ। ਪਿਆਰੇ ਭਾਈ ਗੱਲ ਸੁਣ ਲਓ ਮੇਰਾ ਮੈਂ ਇਸੇ ਲਈ ਸੁਣ ਲਓ ਹੁਣ ਸੁਣ ਲੈ ਪਹਿਲੇ ਗੱਲ ਸੁਣ ਲੈ ਹੁਣ। ਕਿਹੜੀ ਗੱਲ ਤੇ ਕਰ ਪਹਿਲੇ ਹੁਣ ਗੱਲ ਸੁਣ ਲੈ। ਇੱਕ ਬੰਦਾ ਹੈ, ਉਹਦਾ ਦਾਅਵਾ ਹੈ ਕਿ ਉਹਦਾ ਤਲਕ ਬਿੱਲਾ ਹੈ, ਮੇਰਾ ਤੁਸੀਂ ਸਵਾਲ ਤੇ ਉਹ ਇਹ ਦਾਅਵਾ ਕਰਦਾ ਹੈ ਕਿ ਉਹਨੂੰ ਅੱਲਾ ਨੇ ਦੱਸਿਆ ਹੈ ਕਿ ਫਲਾਂ ਔਰਤ ਨਾਲ ਤੇਰਾ ਨਿਕਾਹ ਪੜਾ ਦਿੱਤਾ ਗਿਆ ਹੈ ਭਾਈ। ਤੁਸੀਂ ਉਹ ਮਰਦੇ ਦਮ ਤੱਕ ਉਹਦੇ ਖਾਬ ਦਿੰਦਾ ਹੈ ਤੇ ਉਹਨੂੰ ਖਾਬ ਵਿੱਚ ਨੰਗਿਆ ਵੀ ਦਿੰਦਾ ਹੈ ਤੇ ਉਹਨੂੰ ਜੱਫੀ ਵੀ ਪਾਉਂਦਾ ਹੈ ਤੇ ਆਂਦਾ ਹੈ ਯਾ ਅੱਲਾ ਆ ਜਾਵੇ, ਲੇਕਿਨ ਉਹ ਮਰਦੇ ਦਮ ਤੱਕ ਉਹਦਾ ਨਿਕਾਹ ਉਸ ਔਰਤ ਨਾਲ ਨਹੀਂ ਹੁੰਦਾ। ਤੇ ਆਇਆ ਉਸ ਬੰਦੇ ਦਾ ਕੋਈ ਤਲਕ ਬਿੱਲਾ ਹੈ ਜਾਂ ਝੂਠ ਮਾਰਦਾ ਸੀ ਤੇ ਅੱਲਾ ਤੇ ਬੁਖਤਾਨ ਲਾ ਰਿਹਾ ਸੀ, ਇਤਰਾਜ਼ ਕਰ ਰਿਹਾ ਸੀ। ਤੁਸੀਂ ਮੇਰਾ ਸਵਾਲ ਹੀ ਨਹੀਂ ਸਮਝੇ ਪਿਆਰੇ ਭਾਈ, ਇਹਦਾ ਜਵਾਬ ਦੇ ਦਿਓ ਜੀ ਪਲੀਜ਼। ਸਿੰਪਲ ਜੀ ਚੀਜ਼ ਮੇਰੀ ਤੁਸੀਂ ਸੁਣ ਲੈਂਦੇ ਨਾ, ਤੁਹਾਡਾ ਮੁਕੰਮਲ ਹੋ ਜਾਣਾ ਸੀ। ਪਿਆਰੇ ਭਾਈ ਮੈਂ ਮਾਜ਼ਰਤ ਚਾਹਨਾ, ਮੈਂ ਸਵਾਲ ਇਹ ਪੁੱਛਿਆ ਸੀ ਕਿ ਸਾਡਾ ਯਾਨੀ ਕਿ ਤੁਹਾਡਾ ਮੇਰਾ ਭਾਈ ਦਾ ਜਿਹੜੇ ਬੋਲ ਰਹੇ ਹਨ ਜਾਂ ਉਰਲੇ ਪੱਲੇ ਦਾ ਸਾਡਾ ਕਿੰਨਾ ਕੁ ਤਲਕ ਹੈ ਅੱਲਾ ਨਾਲ, ਅੱਛਾ ਕਿੰਨੇ ਕੁ ਖਾਲਸ ਅੱਲਾ ਨਾਲ? ਵੇਖੋ ਇਹ ਤੇ ਹੁਣ ਅੱਲਾ ਹੀ ਬਿਹਤਰ ਜਾਣਦਾ ਕਿ ਅਸੀਂ ਅੱਲਾ ਦੇ ਨਾਲ ਕਿੰਨੇ ਕੁ ਖਾਲਸ ਹਾਂ। ਉਹ ਜਿਹੜਾ ਫੈਸਲਾ ਹੋਏਗਾ ਕਿਆਮਤ ਵਾਲੇ ਦਿਨ ਹੋਏਗਾ ਕਿ ਅਸੀਂ ਕੀ ਸਾਂ, ਠੀਕ ਹੈ?
ਉਸ ਤੋਂ ਪਹਿਲਾਂ ਹੁਣ ਮੇਰੀ ਗੱਲ ਮੁਕੰਮਲ ਹੋਣੀ ਜੀ ਇਹ ਗੱਲ ਮੈਂ ਤੁਹਾਨੂੰ ਨਾ ਇੱਕ ਚੀਜ਼ ਕਰਨ ਲੱਗਾ ਸਾਂ। ਕੁਰਾਨ ਕਰੀਮ ਦੀ ਸੂਰਾ ਨਿਸਾ ਹੈ ਤੇ ਉਹਦੇ ਵਿੱਚ ਅੱਲਾਹ ਤਾਲਾ ਵਾਜ਼ਿਹ फरमाता है कि हमने जो तुम पे नाज़िल किया, नबी अकरम सल्लल्लाहु अलैहि वसल्लम किया, हमने जो तुम पे नाज़िल किया और जो तुमसे पहले नाज़िल भी किया उस पर ईमान लाए। और इसके बाद ਜਿਹੜਾ ਤੁਸੀਂ ਇਹ ਆਖਦੇ ਹੋ ਕਿ ਵਹੀ ਜਾਂ ਕੋਈ ਵੀ ਕਿਸੇ ਕਿਸਮ ਦਾ ਮੈਂ ਨਹੀਂ ਨਹੀਂ ਅਸਲ ਮਤਲਬ ਮਰਜ਼ਈ ਕਹਿੰਦੇ ਨੇ ਯਾਰ। ਮੈਨੂੰ ਗਲਤ ਪਾਸੇ ਤੁਸੀਂ ਮੈਨੂੰ ਗਲਤ ਪਾਸੇ ਲੈ ਮੇਰੀ ਗੱਲ ਸੁਣ ਲਓ ਨਾ ਬਾਈ, ਗੱਲ ਸੁਣੋ ਕਿ ਇੱਕ ਨਾਰਮਲ ਬੰਦਾ ਇੱਕ ਸਿੱਧੀ ਤੇ ਸਾਫ਼ ਗੱਲ ਕਰੇ ਉਹ ਮਰਜ਼ਈ ਹੋ ਜਾਂਦਾ ਬਾਈ। ਨਹੀਂ ਮੇਰੀ ਗੱਲ ਸੁਣ ਲਵੋ ਨਾ, ਮੈਂ ਤੁਹਾਨੂੰ ਨਹੀਂ ਕਹਿ ਰਿਹਾ ਯਾਰ ਜਿਹੜਾ ਸਾਡੇ ਨਾਲ ਰਿਲੇਟ ਹੈ ਨਾ, ਜਿਹੜਾ ਸਾਡਾ ਰਿਲੇਟ ਮੈਂ ਬਾਈ ਯਾਰ ਇੱਕ ਮਿੰਟ ਮੇਰੀ ਗੱਲ ਅੱਛਾ ਬਈ ਨਜ਼ਰ ਕਿਹੜਾ ਮੌਕਾ ਛੇੜ ਕੇ ਬੈਠੇ ਹੋ ਉਸ ਵੇਲੇ ਦਾ ਆਦੇ ਨੇ ਜੀ ਤਲਕ ਬਿੱਲਾ। ਤੇ ਮੈਂ ਉਹੀ ਚੀਜ਼ ਉਹਨਾਂ ਨੂੰ ਸਮਝਾ ਰਿਹਾ ਸੀ ਕਿ ਅੱਲਾਹ ਤਾਲਾ ਵੀ ਵਹੀ ਕਰਦਾ ਔਰ ਸ਼ੈਤਾਨ ਵੀ ਵਹੀ ਕਰਦਾ। ਉਸ ਚੀਜ਼ ਦੇ ਉੱਤੇ ਆਣ ਲਗਾਦਾ ਤੇ ਉਹ ਮੇਰੀ ਗੱਲ ਨਹੀਂ ਸਿਰਫ ਪੂਰੀ ਸੁਣਦੇ। ਹੁਣ ਕਲੀਨਰ ਸਾਹਿਬ ਇੱਕ ਮਿੰਟ ਭਾਈ, ਤੁਸੀਂ ਗੱਲ ਕੀਤੀ ਹੈ ਕਿ ਅੱਲਾਹ ਤਾਲਾ ਵੀ ਵਹੀ ਕਰਦਾ ਤੇ ਸ਼ੈਤਾਨ ਵੀ ਵਹੀ ਕਰਦਾ। ਹਾਂਜੀ ਸ਼ੈਤਾਨ ਵੀ ਵਹੀ ਕਰਦਾ। ਹਾਂਜੀ ਸ਼ੈਤਾਨ ਦੀ ਵੀ ਵਹੀ ਹੁੰਦੀ ਹੈ ਸ਼ੈਤਾਨ ਦੀ ਤਰਫੋਂ। ਔਰ ਉਹ ਸੂਰਾ ਸ਼ੁਰਾ ਵਿੱਚ ਅੱਲਾਹ ਤਾਲਾ ਨੇ ਦੱਸਿਆ ਵੀ ਇਹ ਕਿ ਕਿੰਨਾਂ ਨੂੰ ਸ਼ੈਤਾਨ ਕਰਦਾ। ਮਾਸ਼ਾਅੱਲਾ ਇਲਮ ਵਿੱਚ ਇਜ਼ਾਫਾ ਹੋਇਆ, ਸ਼ੈਤਾਨ ਵੀ ਵਹੀ ਕਰਦਾ। ਹਾਂਜੀ ਕਰਦਾ ਦੇਖਿਆ ਜੇ ਜਾ ਕੇ ਨਾ ਸੂਰਾ ਸ਼ੁਰਾ ਖੋਲ ਕੇ ਦੇਖਿਆ ਜੇ ਅੱਲਾਹ ਤਾਲਾ ਪੁੱਛਦਾ ਹੈ। ਇੱਥੇ ਥੱਲੇ ਟੈਗ ਕਰ ਦੋ ਨਾ ਸਾਰੇ ਵੇਖਣ ਬਾਈ। ਆਇਤ ਸਾਹਮਣੇ ਲਾ ਦਈਏ। ਹਾਂਜੀ ਭਾਈ, ਆਇਤ ਵਿਦ ਤਰਜਮਾ ਤਾਂ ਕਿ ਵੇਖਣਾ ਚਾਹੀਦਾ ਨਾ, ਕਿਉਂਕਿ ਮੈਨੂੰ ਸੁਣ ਕੇ ਬੜੀ ਹੈਰਤ ਜੀ ਹੋਈ ਹੈ। ਮੈਂ ਲਾ ਦੇਣੇ ਕੋਈ ਗੱਲ ਕਿ ਸ਼ੈਤਾਨ ਵੀ ਵਹੀ ਕਰਦਾ। ਹਾਂਜੀ ਆਉਣਾ ਤੁਹਾਡੇ ਸਾਹਮਣੇ। ਆ ਮਿਰਜ਼ਾ ਕਾਦੀਆਨੀ ਤੇ ਬੜੀਆਂ ਸ਼ੈਤਾਨ ਨਵਈਆਂ ਕੀਤੀਆਂ ਸੀ। ਉਹ ਠਹਿਰ ਜੋ ਯਾਰ ਲੰਮੀਆਂ ਕਰਨ ਦੀ ਕਿਹੜੀ ਨਾਲ ਖਾਮਖਾ ਜਿਹੜੀ ਹੁੰਦੀ ਨਾ ਕੋਈ ਪੋਜ਼ਿਟਿਵ। ਉਹ ਮੁੰਡਾ ਆਇਆ ਤੇ ਨਹੀਂ ਸਮੀਰ ਦੁਬਾਰਾ? ਨਹੀਂ ਅਜੇ ਤੱਕ ਤਾਂ ਨਹੀਂ ਜੇ ਆਏ। ਮੈਂ ਵੇਖ ਰਿਹਾ ਮਗਰ ਗਿਆ ਧਿਆਨ ਉਧਰ ਰੱਖੋ ਤੁਸੀਂ, ਛੱਡੋ ਫਜ਼ੂਲ ਗੱਲਾਂ। ਮੇਰੇ ਕੋਲ ਇੱਕੋ ਹੀ ਫੋਨ ਜੇ, ਮੈਂ ਦੂਸਰੇ ਤੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਲੈਪਟਾਪ ਤੇ। ਇਸ ਬੇਬਸੀ पे कौन ना मर जाए या खुदा। ਮਤਲਬ ਇਮਰਾਨ ਹੀ ਆਇਆ ਜੇ ਮਗਰ ਜਾਏ। ਮਲਕ ਇਮਰਾਨ ਤੇ ਸਵਾਰੀ ਚੁੱਕੀ ਹੈ ਵੀ ਸਾਡਾ ਟੈਕਸੀ ਗਰੁੱਪ ਕੋਈ ਨਹੀਂ ਚੁੱਕੀ ਮੈਂ। ਚਲੋ ਠੀਕ ਹੈ, ਜਾਣਦਾ ਹਾਂ ਉਹਦੇ ਪਿੱਛੇ। ਵੇਖ ਤੇ ਜੋ ਕਹਿੰਦਾ ਮੈਂ ਚੱਲਾਂ ਪੁੱਛਣ ਉਹਨੂੰ ਆਜ਼ਮ ਸੈਫੀ ਨੂੰ। ਓਕੇ ਆਈ ਐਮ ਗੋ ਯੂ ਕੈਨ ਗੋ। ਤੁਹਾਡੇ ਸਾਹਮਣੇ ਸੂਰਾ ਸ਼ੁਰਾ ਖੋਲ ਕੇ ਲਾ ਦੇਣਾ ਜੀ। ਅਸਲ 'ਚ ਨਾ ਅਸੀਂ ਸਾਰੇ ਕੰਮੀ ਲੱਗੇ ਆ ਤੇ ਜਦੋਂ ਬੰਦਾ ਕੰਮ ਲੱਗਿਆ ਹੁੰਦਾ ਤੇ ਫਿਰ ਨਾਲ ਅੱਛੀ ਗੱਲ ਹੈ ਬਾਈ, ਲੇਕਿਨ ਪਿਆਰੀ ਗੱਲ ਸ਼ੇਅਰ ਵੀ ਕਰਨੀ ਚਾਹੀਦੀ। ਵੇਖੋ ਨਾ, ਮੈਨੂੰ ਅੱਜ ਪਤਾ ਲੱਗਾ ਬਿਲਕੁਲ ਜ਼ਰੂਰ ਕਰਾਂਗੇ ਕਿ ਸ਼ੈਤਾਨ ਵੀ ਵਹੀ ਕਰਦਾ। ਹਾਂਜੀ ਕਰਦਾ ਜੀ। ਔਰ ਹਮੇ ਤੇ ਨੈਕਸਟ ਸੈਕਿੰਡ ਹੈ ਸੂਰਾ ਬੜਾ ਮੁਸ਼ਕਲ ਹੋ ਗਿਆ ਕੰਮ ਹੈ ਜੀ। ਕੁਝ ਨਹੀਂ ਮੈਂ ਕਿਹਾ ਮੁਸ਼ਕਲ ਹੋ ਗਿਆ ਕੰਮ ਥੋੜਾ ਜਿਹਾ। ਕਿਸ ਤਰ੍ਹਾਂ ਤੁਸੀਂ ਲਾ ਰਹੇ ਹੋ? ਮੈਂ ਤੁਸੀਂ ਲਾਓ ਤੇ ਸਹੀ, ਪੜ੍ਹ ਕੇ ਫਿਰ ਤੁਹਾਨੂੰ ਦੱਸਣਾ ਕਿ ਮੁਸ਼ਕਲ ਹੋਇਆ। ਅੱਛਾ ਯਾਨੀ ਕਿ ਉਹਦੀ ਤਫਹੀਮ ਤੁਸੀਂ ਪੇਸ਼ ਕਰੋਗੇ? ਨਹੀਂ ਭਾਈ, ਅੱਲਾ ਮਾਫ ਕਰੇ, ਕਿੰਜ ਦੀ ਗੱਲ ਕਰਦੇ ਹੋ ਜੀ। ਠੀਕ ਹੋ ਗਿਆ, ਬਹੁਤ ਸ਼ੁਕਰੀਆ, ਦਿਲ ਦੀ ਗੱਲ। ਅੱਛਾ ਅਮਰ ਭਾਈ, ਮੈਂ ਜਰਾ ਇਹਨਾਂ ਜਿਹੜੇ ਨਵੇਂ ਦੋਸਤ ਆਏ ਨੇ ਉਹਨਾਂ ਨਾਲ ਜਰਾ ਕਰ ਲਵਾਂ। ਪੁੱਛ ਲਓ ਹਾਂਜੀ ਤੁਸੀਂ ਆਏ ਤਾਂ ਲਾ ਦੁਕਾਨ ਖੋਲੀ, ਕਲਾਇੰਟ ਆਪਣੇ ਵੇਖ ਲਓ। ਜੀ दुकान खोली। हाँ जी, अस्सलाम वालेकुम जी। अब्दुल हालिक चाची साहब खोलो माइक। अब्दुल हालिक चाची साहब जी। चोई साहब तुसी माइक खोलो सर अगर मौजूद होते। अस्सलाम वालेकुम अस्सलाम। अल्हम्दुलिल्लाह जी, बिल्कुल ठीक ठाक। आप सुनाएं, ठीक है? अल्हम्दुलिल्लाह सर। जी सर। चोई साहब आपका नाम और कहाँ पे मौजूद है? सर अल्हम्दुलिल्लाह मैं मुस्लिम हूँ, मैं ब्रॉड्स देखता रहता हूँ। मैंने इन्हें फॉलो भी किया हुआ है। आमिर नज़ीर भाई को, आमिर हक को, जैतून को मैं सुनता रहता हूँ। तो यहाँ भी बस मैं सुन रहा था, काफ़ी देर से आपने रिक्वेस्ट डाली तो मैं आ गया। रिक्वेस्ट आज हम ना एक वो जैसे होता है ना सेगमेंट टाइप, वो शुरू किया है। रैंडम लोगों को उठा रहे हैं और उनसे गुफ्तगू करने की कोशिश कर रहे हैं और उनसे पूछना चाहते हैं कि उनका क्या नॉलेज है। कुछ तो हमें तंबीह कर रहे हैं और कुछ अच्छी बातें करके जा रहे हैं। बहुत शुक्रिया आपका आने का। जी सर, जज़ाकल्लाह सर, थैंक यू। अब्दुल हालिक चाची साहब आप मौजूद हैं? आप माइक खोल लें सर। मैंने आपका माइक म्यूट किया था। ओ भाईजान अस्सलाम वालेकुम। जी वालेकुम सलाम जी, क्या हाल है जी, ठीक हो?
ਜੀ ਅੱਲਾਹ ਪਾਕ ਦੇ ਸ਼ਾਨ ਨੇ ਕਰਮ ਨੇ ਅਲਹਮਦੁਲਿਲਾ ਸਰ ਮੈਂ ਗਲਤੀ ਨਾਲ ਜੁਆਇਨ ਕਰ ਲਿਆ ਮੈਂ ਤੁਹਾਡੀ ਗੱਲ ਸੁਣਨਾ ਪਿਆ ਭਾਈ ਅੰਬਰ ਸਾਹਿਬ ਦੀ ਜੀ ਉਹ ਗਲਤੀ ਨਾਲ ਮੇਰਾ ਹੱਥ ਲੱਗ ਗਿਆ ਓਏ ਹੋਏ ਮਾਫੀ ਮੰਗੋ ਇੱਥੇ ਲੋ ਜੀ ਸਾਰਿਆਂ को ਮਾਫੀ ਨਾ ਭਾਈ ਅੰਬਰ ਸਾਹਿਬ ਗਲਤੀ ਨਾਲ ਹੱਥ ਲੱਗ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਨਹੀਂ ਪਰ ਮੈਂ ਸੁਣਨਾ ਪਿਆ ਅਲਹਮਦੁਲਿਲਾ ਬੈਠ ਕੇ ਹੈ ਕਈਆਂ ਨੂੰ ਮੈਂ ਕਿਹਾ ਗਲਤੀ ਲੱਗਦੀ ਬੰਦੇ ਉੱਤੇ ਚੜ ਆਉਂਦੇ ਨੇ ਬਾਅਦ ਚ ਪਤਾ ਲੱਗਦਾ ਹੈ मैं मानना चाहता हूँ जो नीचे बैठे हैं ਮੈਨੂੰ ਥੱਲੇ ਲਾ ਦਿਓ ਭਾਈ इतना जी है हाँ दफा हो जाओ ਉਹ ਮੇਰੀ ਵੀ ਤਸਵੀਰ ਲਾਤੀ ਹੂੰ ਲੋ ਜੀ ਸ਼ਹੀਦਾਂ ਦੇ ਨਾਂ ਆ ਗਿਆ ਸਾਡਾ ਵੀ वो कहते हैं आप उनके पेशाब के बराबर भी नहीं हैं सुने मुड़ैया साहब क्या कहते हैं ਇਹ ਚਾਹਦੇ ਨੇ ਕਿ ਅਸੀਂ ਮਿਰਜ਼ੇ ਨੂੰ ਤਗੜੀ ਰੱਖੀਏ ना ਮਿਰਜ਼ਾ ਕਾਦੀਆਨੀ ਨੂੰ ਤਗੜੀ ਰੱਖੀਏ ये उन्हीं का असर है ਅੱਛਾ ਸਮੀਰ ਸਾਹਿਬ ਆਏ ਨੇ ਆਪਣਾ ਮਾਈਕ ਮਿਊਟ ਕਰੋ ਜਰਾ ਸਮੀਰ ਸਾਹਿਬ ਨੇ ਮੈਂ ਕਾਲ ਪਾ ਰਿਹਾ ਸਮੀਰ ਸਾਹਿਬ ਆ ਗਏ ਮਾਈਕ ਮਿਊਟ ਕਰੋ ਸਮੀਰ ਸਾਹਿਬ ਆ ਗਏ ਨੇ ਵਾਪਸ ਤੇ ਸੂਰਾ ਸ਼ੁਰਾ ਦੀ ਆਇਤ ਨੰਬਰ ਇਹਨਾਂ ਨੂੰ ਦੱਸ ਦਿਓ ਤੁਸੀਂ ਸਕਰੀਨਰ ਸਾਹਿਬ ਆ ਗਏ ਕਰ ਲਓ ਇੱਕ ਮਿੰਟ ਜੀ ਮੈਂ ਤਾਂ ਵੇਟ ਕਰ ਰਿਹਾ ਭਾਈ ਉਹਨਾਂ ਆਇਤ ਲਾਣੀ ਸੀ ਤਾਂ ਮੈਂ ਉਹਦਾ ਵੇਟ ਕਰ ਰਿਹਾ ਇੱਕ ਮਿੰਟ ਹੋਲਡ ਰੱਖੋ ਮੈਨੂੰ ਸਮਝ ਨਹੀਂ ਆਈ ਐ ਮੈਂ ਕੀ ਕਰਾਂ ਭਾਈ जी भाई मैं आ गया जरा माइक म्यूट कर ले मैं कर लेना भाई जी आमिर साहब एक सेकंड होल्ड रखे आपका क्या नाम है समीर साहब एक सेकंड मुझे ये आयत निकालने 121 नंबर आयत है एक सेकंड होल्ड रखे हाँ जी आपके पास कुरान पाक है या यहाँ पर स्क्रीन पे लगाना पड़ेगा आप स्क्रीन पे लगा दें सबका भला होगा भाई माशाल्लाह इतनी बात शेयर कर रहे हैं जी प्यारे मेहरबानी हाँ जी मैं आयत पढ़ देता हूँ फिर मैं स्क्रीन पे भी लगा देता हूँ इन्न शयातीन लयूहूना इला औलियाइहिम लियुजादिलूकुम व इन अतातुमुहुम इन्नकुम लमुशरिकून जो शयातीन है ना वो वही करते हैं अपने औलिया की तरफ ये भी आपको नई बात उनके भी वली हैं शैतानों के भी वली होते हैं वली का मैंने दोस्त होता है ना भाई अल्लाह की वही और शैतान की वही ये बात मैं देखना चाह रहा था आप सामने लगा देना जैसे ये आपने स्क्रीन पे लगाया हुआ है ये नजीर आमिर भाई ने जी तो लगा मैं पढ़ के फिर उसको अच्छी तरह देखता हूँ समझता हूँ कितनी मेरी सोच है या समझ है ठीक बात कर एक सेकंड दे देना यार ਅੱਜ ਤਾਂ ਸਾਡਾ ਵੀ ਸ਼ਹੀਦਾਂ 'ਚ ਨਾਂ ਆ ਗਿਆ चलाने लगे कौन चलाने लगे जायद मिल चलाने लगे ਹਾਂਜੀ ਹਿਦਾਇਤ ਮਿਲ ਚਲਾ ਰਹੇ ਇਹ ਕਿੱਥੇ ਚੱਲਿਆ ਦੌਰ ਕਿਹੜੀ ਜਗ੍ਹਾ ਤੇ ਚੱਲ ਗਿਆ ਉਹ ਅਲੀ ਜਵੇਰੀ ਦੀ ਜਿਹੜੀ ਆਈਡੀ ਉਹਨੇ ਲਾਈ ਹੈ ਜੀ ਉਹ ਆਇਤ ਲੱਗ ਗਈ ਹੈ ਜੀ लो जी देख लो जी सूरा इनाम दी 121 नंबर आयत से ਇਹਦਾ ਸਕਰੀਨਸ਼ਾਟ ਲੈ ਲਓ ਜੀ 121 ਨੰਬਰ ਹੈ ਇਹਨੂੰ ਪੜ੍ਹ ਲਓ ਤਸੱਲੀ ਕਰ ਲਓ ਤੇ ਅਸੀਂ ਜਰਾ ਗੱਲ ਕਰ ਲਈ ਸਮੀਰ ਸਾਹਿਬ ਨਾਲ ਜੀ ਸਮੀਰ ਭਾई आमिर साहब देखिए बात क्या कि मैंने तो उनसे सवाल की कि ये जो मिर्ज़ा साहब ने पेशन गोई की है कि मेरी शादी में दो औरतें आएंगे एक कुआरी होगा और एक हाँ तो उन्होंने कहा कि ये देखो पेशन गोई की कुछ शराइत होती है जैसे कि देखिए अच्छा उन्होंने कहा कि पेशगोइयों की शरायतें होती है अच्छा क्या शरायत होती है पेशगोई जैसे कि यूनुस अलैहिस्सलाम ने जब पेशन गोई की कि मेरे होगा तो फिर यहाँ पर भी कुछ इस तरह की बात है फिर मैंने नहीं माना मैंने कहा नहीं इस तरह की बात तो यहाँ पर
کیا دلیل بنتی ہے آپ کی؟ تو پھر انہوں نے مجھے ایک جواب دے دی کہ نزول المسیح کتاب ہے جلد 18 صفحہ 146 میں اس پیشن گوئی کی جواب لکھی گئی ہے۔ کیا جواب لکھی ہے؟ پڑھ دیں۔ وہ تو آپ کے پاس ہوگا، نکال کے سامنے رکھ کے پڑھ لیجیے۔ اچھا کیا بتایا ہے؟ جلد 18 صفحہ کتنا ہے؟ نزول المسیح جلد 18 صفحہ 146 146 کہہ رہے ہیں۔ اچھا بھائی پیارے بھائی، یہاں پہ کدھر لکھا ہوا ہے کہ شیطان بھی وہی کرتا ہے؟ لیوہون کا کیا مطلب ہوتا ہے؟ بھائی آپ ترجمہ کا پڑھیں نا، عربی تو مجھے آتی نہیں ہے بھائی، میری زبان جو ہے میں اردو پڑھوں گا یا پنجابی پڑھوں گا، اس میں دیکھ رہا ہوں کہ کہیں یہ چیز نہیں نظر آ رہی کہ شیطان بھی وہی کرتا ہے۔ اچھا یوہون کا مطلب ہوتا ہے کہ وہ وہی کرتا ہے۔ تو پھر یہ ترجمہ یہاں پہ غلط ہے۔ ہاں ترجمے پہ کیا لکھا ہوا ہے؟ دل میں ڈالتا ہے۔ ہاں جی، وسوسہ دل میں ڈالتا وسوسہ اور وہی بھائی، وہی اور وسوسے میں بڑا فرق ہے۔ آپ نے ایسے کیسے یہ بات کر دی قرآن کے خلاف؟ لا حول ولا چلیں آپ قوت کو الا باللہ۔ لا حول ولا قوت الا باللہ پڑھ کے تو آپ ایسا کریں، ہمارے ساتھ اختلاف کرنا ہے تو بات ختم کرنی ہے کہ ہماری مطلب کٹ لگانے میں گالیاں دینی ہیں؟ میں گالی میں نے آپ میری جان میں آپ کو گالی پوچھ رہا ہوں بھائی، آپ نے قرآن کی آیت لگائی ہوئی ہیں اوپر، اور میں آپ کو گالی دوں تو ویسے میں پوچھ رہا ہوں کہ اگر بھائی لیوہون کا مطلب میں نے اگر میں آپ کو گالی دوں بھائی، میں نے تو ایک سوال پوچھا کہ یہاں پہ کدھر لکھا ہوا ہے؟ اچھا ایک منٹ ہولڈ رکھیں، کتنا نمبر بتایا سمیر بھائی؟ 146 146۔ اچھا تو کیا اس میں لکھا ہوا ہے؟ وہ بھائی یہ نزول المسیح جلد 18 صفحہ 146 بھائی صفحہ 146 پر تو عربی عبارات لکھی ہوئی ہیں اور نیچے اس کا فارسی میں ترجمہ لکھا ہوا ہے۔ تو پتہ نہیں میرے کو بھائی، انہوں نے تو یہی جواب دے دی کہ اس کا جواب اسی صفحے میں لکھا ہے، تو پتہ نہیں کیا لکھا ہے اس میں۔ میں نے تو اس صفحے میں پورے صفحے میں نے دیکھ لیا ہے، وہ 7-8 لائنوں کا ہی صفحہ ہے، اس میں تو یہ ذکر نہیں ہے اسمیر بھائی، کہتے ہیں میں لگا دیتا ہوں آپ کے سامنے، کسی بیوہ کا ذکر یہاں پہ نہیں ہے، کسی سیب کا لفظ ہی نہیں ہے سیب کا، اس میں بکر ہوتی ہے کواری، سیب ہوتی ہے بیوہ، سیب لفظ ہی 18ویں جلد کے 146 صفحہ پر نہیں ہے۔ اگر آپ کو انہوں نے لیکن انہوں نے کہا کہ یہ پیشن گوئی محمدی بیگم کے بارے میں اگر ہے تو محمدی بیگم کا تو ہم بات ہی نہیں کر رہے او بھائی، ہم محمدی بیگم کی نہیں بات کر رہے، ہم ایک بیوہ کی بات کر رہے ہیں۔ انہوں نے کہا ہے بکرم و سیبم، اس میں انہوں نے نام پہلا اللہ تعالیٰ نال تے خالص ہو جو، باقی بات گلاں پھر کرے گا۔ کلینر صاحب 2 منٹ چپ کر دو یار، میرا پچھلے صوفے میں تھلے لاتا 10 منٹ ذرا تھلے دو ضروری گل پہ کرنے ہیں کہ پرابلم ہے تانوں تے تسی دھکے نال نہیں گل کرنی ہے۔ اچھا بھائی اکلاؤڈ سرفر بھائی، آپ نے بات کرنی ہے کوئی؟ بس میں ایک بات بولوں گا عمر بھائی، میں وہاں سن رہا تھا سمیر جب ان سے بات کر رہا تھا تو حسب معمول انہوں نے تمام باتوں کو لے گئے محمد صلی اللہ علیہ وسلم کی طرف کہ بتاؤ کیسے رو کس طرح کے کنگن والی پیشن گوئی پوری ہوئی کوئی نہیں، اس طرح تو معاذ اللہ وہ محمد صلی اللہ علیہ وسلم کے اوپر بھی یہ الزام لگانے لگ گئے۔ پھر کہنے لگے کہ نوح علیہ السلام بھی تو ان کے اہل میں سے نہیں تھے تو وہ انہوں نے ان کی پیشن گوئی پوری نہیں ہوئی۔ سوال یہ بنتا ہے جو میں یہ کہہ رہا تھا کہ مرزا صاحب نے خود یہ کہا ہے کہ میرے صدق و کذب کو جانچنے کے لیے میری پیشن گوئیوں دیکھو نا، قرآن کی تو بات ہی نہیں کر رہے وہ۔ کیا محمد صلی اللہ علیہ وسلم نوح علیہ السلام میں کسی اور نبی نے یہ بات کہی تھی؟ مرزا صاحب تو اپنے معیار ہی اس کے اوپر دے رہے نا، تو سمیر کو انہوں نے چونا لا کے واپس بھیج دیا، بس یہ ہوا اور کچھ نہیں۔ باقی آپ جاری رکھیں انشاءاللہ۔ ٹھیک ہے، آپ کا بہت بہت شکریہ۔ آپ بات کرنا چاہیں تو اور بھی کر سکتے ہیں۔ ہم نے سمیر بھائی کے سامنے پہلے یہ صفحہ لگایا تھا، یہ والا، اس میں مرزا صاحب نے لکھا ہوا ہے کہ جو شخص اپنے دعوے میں جھوٹا ہوتا ہے نا، اس کی پیشگوئی نہیں پوری ہوتی۔ یہ ہم نے سمیر بھائی سے منوا لیا۔ اب یہ سمیر بھائی یہ اگر خبر لے کر آئے ہیں کہ سارے نبیوں کی پیشگوئیں جھوٹی نکلی ہیں، معاذ اللہ معاذ اللہ۔ نہیں، اس میں شرائط ہوتی ہے نا، وہ کہہ رہے تھے کہ اس میں شرط ہوتا ہے کہ وہ پھر وہ شرط جب تکمیل ہوتا ہے تو پھر وہ پیشن گوئی اگر شرط ہو، ٹھیک ہے، اگر کوئی شرط ہو، پیشگوئی کے اندر شرط موجود ہو تو پھر تو وہ مشروط پیشگوئی ہوتی ہے نا۔ یہ جو پیشگوئی ہم نے آپ کے سامنے رکھی ہے یہ تو مشروط نہیں ہے۔ میں آپ کے سامنے لگا دیتا ہوں دوبارہ ان کا صفحہ،
اس میں کوئی شرط تو موجود ہی نہیں ہے. یہ دیکھیں اس میں کہاں ہے شرط. بھائی میں نے ان سے کہا کہ یہ ادھر شرط کی بات ہے ہی نہیں، تو انہوں نے کہا کہ یہ لوگ اس پیشن گوئی کو محمدی بیگم کے ساتھ ملاتے ہیں، تو محمدی ہم بیگم نہیں ملاتے کسی کے ساتھ. ہو بھائی ہم کسی کے ساتھ نہیں ملاتے. او ہم بھائی تو کہتے ہیں انہوں نے یہی دیکھو بھائی کیا بات کیا، انہوں نے کہا کہ یہ نزول المسیح جلد 18 صفحہ 146 میں اس کا جواب لکھا کچھ ہوا بھی ہے. نہیں. میرے سامنے وہ صفحہ کھلا، اس میں ذکر ہی نہیں ہے اس کا. جھوٹ بولا اس نے. جھوٹ بولا اس نے. جھوٹ بولا. کیا لکھا ہے اس صفحے میں؟ لو میں پڑھ دیتا ہوں. میں ڈرائیو کرتے ہوں یار صفحہ پڑھانا ہے، گاڑی لگوانی، ٹکر کروانی نہیں ہے اس میں کچھ بھی. اعمالهم برحمت منه ایادی حمایت وایدهم بروح منه پانیہ ووہب لهم نفوس مطمئنہ. کہاں ہے اس میں اس کا ذکر؟ لفظ ہی صحیح نہیں ہے پورے پتہ صفحے میں. نہیں، انہوں نے تو یہی جواب دے دی بس. اچھا ان کو چھوڑیں. آپ یہ پوچھیں کہ کسی بیوہ سے ان کا نکاح ہوا کہ نہیں. اگر نہیں ہوا نا تو نہیں آپ ہوا. کی نظر میں پیشگوئی جھوٹی نکلی کہ نہیں نکلی؟ جب تک میں یہ نزول المسیح جلد 18 ہاں صفحہ کھول لیں 146 دیکھ لیں نہیں پڑھتا میں تب ہاں میں کیا وہ عربی میں عبارت ہے اور اس کا فارسی میں ترجمہ ہے. ابھی میں ڈرائیو کر رہا ہوں، اس کا اردو ترجمہ کہیں سے نکال کے جب میں فارغ ہوتا ہوں تو میں آپ کو وہ بھی پڑھا دیتا ہوں. اس میں ذکر ہی نہیں ہے بھائی، اس پیشگوئی کا ذکر ہی ٹھیک نہیں ہے، ہے. وہ پڑھ لیتے ساتھ پڑھ لیتے اس میں. ٹھیک ہے یہ خان کا انہوں نے اچھا نہیں وہ اس ضرور کا جو ہاں سمیر کہ بھائی ضرور اس جو میں کچھ پچھلے نبیوں کی ہوگا نا، ورنہ یہ لوگ نہیں بولتے نا، ضرور کچھ نہ کچھ تو ہوگا اس صفحے آپ میں. ان پہ اعتبار کرتے ہیں، ہم پہ اعتبار نہیں کرتے، کوئی بات نہیں ہے. او ضرور بھائی کچھ میں ہوگا. تو ٹھیک دیکھو ہے سمیر بھائی، بات یہ ہے پچھلے نبیوں کی جو اس نے بات کی ہے وہ کیوں کی ہے؟ صفحہ ہے 146 نزول المسیح 18ویں جلد کا 146 صفحہ. ایک منٹ نکل آیا ہے جی. عملہم برحمت منہ ایادی حمایت و ایدہم بروح منہ بے ایایت وہب لہم نفوس مطمئنہ و انزل علیہم سکینۃ دائمہ ثم اراد ان یریہم نموذج مالک یوم الدین فواہب لہم الملک والخلافۃ والحق اعدائہم بالحالکین واہلک الکافرین وازہجہم ازہاجم ثم اری نموذج النشور فاخرج من القبور اخراجم فادخلوا فی دین اللہ افواجا فبادروا علیہ فرادا وازواجا فرا اصحاب امواتم یلفون حیات وراؤ بعد المحل معم تجاجم وسمی ذالک الزمان یوم الدین لعن الحق حساس فیہ داخل فی الدین افواج من الکافرین ثم ارادوا ان یری نموذج حاصل صفات فی آخرین من امتے. تو اس میں تو کوئی بھی ایسی بات نہیں ہے جو نہیں اردو پڑھو نا، اس عامر کا بھائی جو ترجمہ بات کیا کر ہوتا رہے ہے؟ ہیں. اچھا ایسا کریں، ان کو اردو تلاش کر دیں یار، مدد کریں. وہ لاہوریوں نے کیا ہوگا اس کا ترجمہ، اگر اس کی ویب سائٹ پہ نہیں ہے نا اردو ترجمے کا. جی میں اس کا ترجمہ بھی کر دیتا ہوں. یہ نزول مسیح نہیں ہے، یہ اعجاز مسیح کتاب کا نام ہے. تو اعجاز مسیح کا ترجمہ اردو میں ہے. اچھا عامر بھائی معذرت نال عابد بھائی تھلے تال قادر صاحب نو میں کال پائی ہے، وہ کہہ رہے نے یہ پیشن گوئی نصرت جہاں صاحب واسطے سی. ہاں جی کیا وہ بیوہ ہو کے نکاح میں آئی تھی نصرت جہاں بیگم صاحبہ؟ نہیں انہوں نے تو کہا کہ وہ محمد بیگم مولانا ذرا تال قادر صاحب اتنے تشریف لیا کے کہنا اپنے منہ آ گل کہہ دیو، ساڈے کان ترس گئے نے گل سننا. انہوں نے میں کال پائی آ جاندے نے جے اگر انہوں موقع لگا تے. نصرت جہاں بیگم صاحبہ اور حرمت بی بی صاحبہ دونوں کواری تھی جب ان کے نکاح میں آئی تھی. ان میں سے بیوہ کوئی بھی نہیں تھا. اچھا یہ میں نے ترجمہ بھی اس کا نکال لیا ہے، میں ترجمہ بھی ان کو پڑھ کے سنا دیتا ہوں جی پورا.
भाई नुज़ूल मसीह और नज़ूल मसीह नहीं है जो सफ़ा आप बता रहे हो, वो इजाज़ मसीह है, नज़ूल मसीह नहीं है। उन्होंने आपको उसने तो कहा मुझे कि नुज़ूल मसीह है, नुज़ूल मसीह जिल्द 18। उसने कह दिया आप किताब खोल के देखो ना, आप किताब खोल के देखो, उसमें ओ आबद भाई ना गुस्सा करो, ना गुस्सा करो, ना गुस्सा करो, ना गुस्सा करो, नो टेंशन। आप समीर साहब इसको वेरीफाई करके आ जाए, उनको कहें कि कौन सा सफा बताया। इसमें तो असल में इजाजुल मसीह, नज़ूलुल मसीह दोनों किताबें 18वीं जिल्द में है। हाँ, सफ़ा 146, सफ़ा 146। हाँ, लेकिन 146 पे मसला ये है कि 146 पे ना किताब वो वाली नहीं है जो आप कह रहे हैं। वहां पर नज़ूलुल मसीह तो 381 सफ़े से शुरू होती है, ये तो 146 पे तो इजाज़े मसीह है, क्या नाम है इसका, इजाज़े मसीह है। नहीं, मैं इनको पेजेस भी बता देता हूँ। 1 मिनट समीर साहब रुकिए ज़रा, मैं आपको पेजेस भी बता देता हूँ कि कौन सी किताब कहाँ से शुरू हो रही है। अच्छा, पहली किताब है इजाज़े मसीह, ये एक नंबर से लेके 1 सफ़े से लेके 204 सफ़े तक जाती है, 204 सफ़े तक इजाज़े मसीह। एक गलती का अज़ाला 205 से शुरू होके 216 तक, दाफ़िउल बलाद 217 से शुरू होके 244 तक, अल हुदा 245 से लेके 376 तक, नज़ूल मसीह 377 से शुरू होके 620 सफ़े तक जाती है। तो आप उनसे ये पूछ के आए कि वो किताब कौन सी है पहले। हाँ, 146 पेज पे तो पहली किताब है इजाज़ुल मसीह, उसमें तो नहीं है ये बात लिखी, उनसे पूछ लें। हो सकता है आपको सुनते हुए गलती लगी, रिकॉर्डिंग करके ले आए समीर भाई। ठीक है, ठीक है। मैं बिजी हो गया था, हमारे भाई को चाहिए था कोई रिकॉर्डिंग। आज के लिए तो इतना ही काफ़ी है। फिर कभी आप आमिर साहब एक दिन हमारी ब्रॉड पे आके उधर आके इस मौजू के पर गुफ्तगू कर लेते हैं, ठीक है? नहीं, इताल कादर साहब आ गए, अमर भाई इताल कादर साहब आ गए, सो प्लीज वेट अ मोमेंट प्लीज। हाँ जी, मैं अगर क्विक कॉन्सेप्ट दे दूँ, ये पेशगोई हज़रत अम्मा जान रज़ियल्लाहु अन्हा के बारे में थी और उनकी लंबी ज़िंदगी के बारे में थी कि वो उनसे हज़रत मसीह मौऊद का निकाह हुआ जब वो आ गया, और फिर वो हज़रत मसीह मौऊद के बाद वो साहब क्या बोला आपने? क्या उनकी जमात से एक बंदा है ना, अभी ये जवाब देंगे। वो कंवारी थी जब वो उनके साथ हज़रत मसीह मौऊद का निकाह हुआ, और वो हाँ, वो तो कंवारी थी ना, वो तो कंवारी थी। मिर्जा साहब ने कहा है कि मेरा 2 औरतों से निकाह होगा, अल्लाह ताला ये चाहता है। ये देखिए, ये पढ़े जरा सफा वो 201 जो 83 का इज्तिहाद था। पेशगोई के अल्फाज जो थे वो अभी आपने ऊपर देख लिए हैं, क्या थे पेशगोई के अल्फाज, और मैं वो पेशगोई के जो अल्फाज है जो अल्लाह ताला का इल्हाम था वो बता रहा हूँ। यानी उन्होंने गलत किया है। हाँ, इज्तिहाद था उनका, गलत किया मानी, तो इसी गलती पर वो फौत हो गए या कभी जिंदगी में इस्लाह की है इसकी? हज़रत मसीह मौऊद को इल्हाम हुआ था कि ये औरत तेरे लिए काफी है। मैंने ये पूछा है कि इस गलती की कभी उन्होंने अपनी जिंदगी में इस्लाह किया या इसी गलती पर फौत हो गई, इतना सा सवाल है। मैंने आपको बताया कि हज़रत अल्लाह ताला ने हज़रत मसीह मौऊद को इल्हाम किया था कि ये औरत तेरे लिए काफी है। ताल कदीर साहब, ये जो मानी गलत लिखा उन्होंने तरियाकुल। ओ भाई साहब, मैं सवाल ही कुछ और कर रहा हूँ। मैं ये पूछ रहा हूँ कि ये जो आपके सामने सफा लगा हुआ है, इसमें आप बता रहे हैं कि उन्होंने गलती की है मानी बयान करने में, बिक्रों व सैयब उनका मानी बयान करने में तफहीम उनको गलत हुई है, यही कह रहे हैं ना? मेरा सवाल ये है कि कभी इसकी इस्लाह हुई है फिर या नहीं? कभी उन्होंने कहा कि मुझे आपको मैं बता रहा हूँ, अल्लाह ताला ने इल्हाम करके बता दिया कि ये औरत तेरे लिए काफी है। ओ नहीं भाई, नहीं, ठीक है ना? चले बस ठीक है, और बात है। लंबी बहस का टाइम नहीं है। नहीं, हम भी बहस नहीं, हम तो सिर्फ इतना पूछ रहे हैं कि ये आप कह रहे हैं कि मिर्जा साहब को गलती लगी है,
उन्होंने कभी कहा है मुझे गलती लगी है? मैंने आपको बता दिया कि अल्लाह ताला ने इल्हाम करके बता दिया। और अल्लाह ताला के जुम्मे आप पहले मिर्जा साहब पर इल्जाम हाँ, लगे, आप अल्लाह ताला के जिम्मे ही था ना, अल्लाह ताला ने उनकी गलती। अल्लाह ताला ने, और पहली तो बात ये है कदीर साहब, अल्लाह ताला ने तो कहा ही नहीं। मैं कहता हूँ कि मिर्जा साहब ने कभी ये बात कही है जो आप कह रहे हैं? अस्सलाम वालेकुम। वो आपकी मर्जी है, मर्जी है भाई, लंबी बात हो, आपकी मर्जी है, लेकिन हमारा सवाल सिर्फ इतना ही है कि जो बात आप कर रहे हैं कि मिर्जा साहब को ये समझने में गलती लगी, कभी मिर्जा साहब ने कहा है मुझे समझने में गलती लगी है? आप बाद में जो मर्जी जब पेशगोई झूठी निकल आए तो जो मर्जी उस पर, मैंने तो आपको पहले कहा था समीर साहब कि जब पेशगोई झूठी निकल आती है ये मानते नहीं है, ये उस पर पंचर लगाते हैं। कभी मिर्जा कादियानी ने ये बात कही है कि मेरे से ये गलती हो गई, मुझे मानी समझ नहीं आए थे? हाँ, कई बातों में उसने अपनी गलतियां मानी है कि मुझसे इज्तिहादी गलती इसमें हो गई, उसमें, ये उसने कभी भी नहीं कहा कि मुझे गलती लगी। ये झूठ बोल रहे हैं। ये अपने पास से जब पेशगोई झूठी साबित हो गई, अब ये चाहते हैं कि किसी तरह उस पर कपड़ा डाल दिया जाए, तो कहते हैं उनको गलती लग गई। भाई उसने तो कभी नहीं कहा मुझे गलती लगी है। अजीब बात है यार। बल्कि उसने इतनी तहद्दी की है, उसने कहा है कि शेख बटालवी अपने दूसरे वक्त में इस पेशगोई को पूरा होता हुआ देख लेगा। जब बेवा से निकाह होगा वो अपनी आंखों से देख लेगा कि ये है बेवा। उसने कब कहा कि मुझे गलती लगी है? अगर ये चीज मान ली जाए तो फिर मिर्जा साहब का ये जो इल्हाम है जिल्द 8 सफ़ा नंबर 272 के ऊपर 172 के ऊपर, इन अल्लाह ला यतरुकनी खतान तरफता है, तो इसको किस तरफ लेके जाएंगे कि खुदा मुझे एक करने के लिए गलती पे नहीं रखता? खता तो मान ही नहीं रहा। खता अगर मानेगा, मैं तो यही पूछना चाह रहा था कि पहले ये तो माने कि मिर्जा कादियानी इस खता पर फोत हुआ है और ये खता ही उसके ज़हन में, मतलब उसको सही पता ही नहीं लगा, मर गया। अगर ये कहेगा तो फिर उसके सामने ये इबारत रखेगी ना, वो तो मान ही नहीं रहा, वो अपने पास से कह रहा है। एक बात बतौर इज्तिहाद आज कोई कादियानी कहे, हम उसकी मानेंगे या उसके सरबरा की मानेंगे? उसको गलती लगी है ये कहता है नहीं, उसको गलती लगी है, हालांकि वो अगर गलती नहीं मानता तो हो सकता है इसको गलती लग रही हो, ताउल कदीर को गलती लग रही हो। हम किसकी गलती माने? किसकी गलती है कि उसकी गलती है? मैं कहता हूँ इसकी गलती है, ताउल कदीर की गलती है। इस तरह की बात ही कोई नहीं वहां पर लिखी हुई। अच्छा, ये पता क्या मानी बयान कर रहा था समीर साहब? आपको अगर नहीं समझ आई तो मैं आपको समझाता हूँ वो क्या कहना चाह रहा है। वो कहता है कि वो कहना ये चाह रहा है कि नुसरत जहां बेगम से निकाह हुआ तो वो कुंवारी थी। जब मिर्जा साहब 26 मई 1908 को मार गए तो वो बेवा हो गई। समझ आई ये बात? और मिर्जा कादियानी कहता है कि 2 औरतें मेरे निकाह में आनी है, एक बेवा एक कुंवारी। ये कहता है एक ही औरत है, वो पहले कुंवारी आई थी फिर बेवा होगी, तो चलो जी काम चल गया। ऐसे हो सकता है? अच्छा आमिर भाई, ये नुसरत जहां से इनकी निकाह किस साल में हुआ था इनका, मिर्जा साहब का? 84 में निकाह हुआ था। तो ये मजबूआ इश्तिहारात सफ़ा 140 जिल्द अव्वल, इसमें मिर्जा साहब जो है, एक मिनट समीर साहब, समीर साहब, ये मिर्जा साहब ने मजमूआ इश्तिहारात में 20 फरवरी 1886 का इश्तिहार है, उसमें लिखा हुआ है कि बाज़ बाबरकत औरतें तेरे निकाह में आएंगी। तो नुसरत जहां तो इसमें से निकल गई, उससे तो निकाह उनका हो गया है 84 में, और ये 86 में मिर्जा साहब इश्तिहार दे रहे हैं जी। वो तो लग पेशगोई, अभी तो हमने दूसरी पेश करनी है, इसकी एक भी पेशगोई सही नहीं साबित हुई समीर साहब। नहीं, पहले एक ही पर काम करते हैं, पहले एक ही पर काम करते हैं, फिर दूसरी। ठीक है, मैं भी यही चाहता हूँ कि एक एक करके चेक करें, एक एक करके चेक। तो उसने जो अगर ये जो इज्तिहादी गलती इनको अताउल कादिर साहब को पता चली है, तो मिर्जा साहब के जो जानशीन है खलीफाज जो हैं, खलीफा साहब को क्यों नहीं पता चला कि ये इज्तिहादी गलती? उन्होंने तो बड़े शद्दो मद के साथ इसको बयान किया, उन्होंने कहा कि जी ये पूरी हो गई है, ये इज्तिहादी गलती करार दे रहे हैं। इसका मतलब है मिर्जा ताहिर साहब ने झूठ बोला है, उन्होंने इनके साथ जो उनको कहा कि ये पेशगोई तो पूरी हो गई। आमिर नज़ीर भाई, मैं आपकी तवज्जो एक और तरफ दिलाना चाहता हूँ
मिर्जा गुलाम कादियानी तो कहता है कि इसी तरह मुझे वो कलाम दिया गया जो सब पर गालिब है। ऐसा कलाम जो सब पर गालिब होना था वो मिर्जा साहब को ही समझ में नहीं आया। अच्छा चलो वो ठीक है, उसके अल्लाह गलत हाफिज़। तर्जमे करते रहे। समीर साहब अपनी बात समीर साहब आज इसको अच्छी तरह समझ लें कि ये बेवा जो है वो कभी भी उनके निकाह में नहीं है। कल आप आएंगे तो आपको दूसरी पेशगोई, मैं एक एक करके आपके सामने उसकी 20 पेशगोई रख, सब की सब झूठी साबित हो, सब के ऊपर यही पंचर है। कहेंगे उनको इत्यादि गलती लग गई थी, उनसे खता हो गई थी, उनको मानी समझ नहीं है, यही कहते रहते सारे दिन, सारी झूठी निकली उसकी पेशगोई। तो वो खुद कहता है कि जो दावे में झूठा होता है उसकी पेशगोई कभी सच्ची साबित नहीं होती। ये है हमारा मौक़िफ़। उसका दावा झूठा था, आपसे हमने सिर्फ यही कहलवाना है कि वो एक झूठा मुद्दई था। मैंने आपसे आते ये पूछा था कि वो झूठा है मुद्दई या आपकी नज़र में सच्चा है। आपने कहा मुझे नहीं पता। मैंने कहा मैं तहकीक करवा देता हूँ, आप रिसर्च करवा देते एक एक करके, असूल उसका, सबूत हमारा। ठीक है, कल आप जब टाइम निकाल कर आएंगे तो आपको दूसरी पेशगोई यही 20 फरवरी 1886 वाली रख देंगे कि उसमें उसने कहा है कि कई औरतों से निकाह होगा, कोई भी नहीं हुआ, किसी एक औरत से भी उसके बाद नहीं हुआ। वो सारी जिंदगी निकाह के ख्वाब देखता रहा, कई औरतों से होगा, बेवा से होगा, कोई कुंवारी से होगा, फलानी से होगा, लेकिन किसी से भी नहीं हुआ बेचारे का। वही जो पहले दो आ गई, पहली एक से हुआ तो उससे वैसे ही कता तल्लुक कर लिया। दूसरा जब 10,000 रुपया लोगों ने दे दिया किताबों के नाम पर, इसने ब्याह खड़का लिया, कुंवारी लड़की ले आया 18 साल की, शादी के काबिल भी नहीं था, लेकिन बहरहाल इसके बाद भी ये कहता रहा मेरा और ब्याह होगा। और ठीक है समीर भाई, आपने और जो गुफ्तगू आप जिस तरह आपने तहकीक करनी है तहकीक करवा दीजिए हमें। हम आपकी 1 बाय 1 सारी तहकीक करवा देंगे। वो तो ये भी कह रहा था कि मोहम्मदी बेगम ने फिर तौबा की और उनकी फैमिली जो है वो अहमदी हो गए, फिर वो उसके निकाह में नहीं आया। इसलिए मोहम्मदी बेगम की तौबा दिखा दे उसको, को मुंह मांगा इनाम मैं तुझे दूंगा, मोहम्मदी बेगम की तौबा दिखा दे। कोई खत उसका, कोई फोन उसका, कोई पैगाम उसका, कभी भी नहीं उसने तौबा की। झूठ बोलते हैं, तौबा की उसने मोहम्मदी बेगम। अच्छा हाँ, ये तौबा की होगी कि या अल्लाह मैं तेरी पनाह चाहती हूँ इस मरदूद से, इसके बिस्तर में जा नहीं सकती। इसका कोट जो है काला कोट इसने पहना होता है, रोटी खा के, घी वाली रोटी खा के उससे हाथ साफ करता है, जराबे कई दिन बदलता नहीं है, गर्मियों में वो ओवरकोट पहना होता है, तो इससे बदबू आती है। तो या अल्लाह मैं अल्लाह की पनाह चाहती हूँ, मैं तौबा करती हूँ, मैं इसके निकाह में ना हूँ। ये उसने तौबा की होगी। और 100 बार आमिर भाई टट्टी की बू तेन वास्ता ही रब दा रोटी भी खान दिया कर। अच्छा चलो ठीक है, मैं चलता हूँ, अल्लाह हाफिज़। अल्लाह बेशक जानता है, लेकिन तहकीक हम करवा दें। आपकी उम्र कितनी है समीर साहब? समीर साहब आप अपनी उम्र बता सकते हैं कितनी है? उसका कितनी है समीर साहब? समीर साहब आप? मैं तो लगभग 35-40 का हूँ। 35-40। ठीक है, नहीं आवाज से लग रहा है कि आप यंग हैं बिल्कुल, तो इसलिए मैंने पूछा कि बात समझ लेते हैं आपका जो लेवल है वो कितना होगा। मैंने इसके ठीक हो जी ठीक है, चलो अस्सलामुअलैकुम। जिब्रान साहब 2 मिनट बंदा सबर कर लेंदा। चलो वालेकुम सलाम। मैंने सबर क्या करना है, मैंने आपके ब्रॉड से कुछ सीखना है नहीं, मैं तो ऐसे आया हूँ क्योंकि सीखने के लिए जो है ना कुरान और सुन्नत है बस। आप लोगों को आप लोगों को अल्हम्दुलिल्लाह कुरान के बिलबोते पे तो मैं आपके साथ बात कर रहा हूँ। कुरान के बिलबोते पे तो मैं आपसे बात कह रहा हूँ। आपको कुरान आता है? आप कह रहे हैं कुरान और सुन्नत सीखने के लिए कुरान और सुन्नत है। कुरान आता है आपको? मैंने जवाब दे दिया है। अगर आपको मैंने जवाब दे दिया, अगर आपको समझ नहीं आ रही है तो दोबारा बोलने की जरूरत मुझे नहीं है।
दोबारा जवाब दे दें, नहीं समझ आई क्योंकि आवाज नहीं आई। समझ आ गई? नहीं चलो, समझ आई। अल्लाह आपको कभी भी समझ, अल्लाह करे कि आपको समझ आता भी ना हो। आप इस तरह करें, इस्लामाबाद आ जाए, आपको समझा देंगे। जी जी जिब्रान साहब, कुरान पाक में कुल कितनी आयत हैं पूरे कुरान पाक में? जिब्रान साहब, कुरान पाक में कितनी आयत है? हजारों। वो ले जिब्रान नहीं, कोई आबिद हिस्सा भाई, बताए ना। हजारों तो आबिद जी। भाई सॉरी आबिद भाई सॉरी मैं अभी आपकी आवाज़ मुझे आ रही। माशाल्लाह, आप तो बहुत बेहतरीन मुबल्लिग इस्लाम हैं। ठीक है, आपसे तो कोई बात ही नहीं है। ठीक है, मैं आपके सामने जो है जिब्रान भाई, ये आमन नजीर साहब मेरे साथ कर ले, मैं कौन सा मुबल्लिग मेरी बात इस्लाम, मेरे साथ कर लो। जिब्रान साहब, ये आमन नजीर साहब हम इनके सिखाए हुए हैं, इनसे हमने सीखा है। अगर आप मेरी खड़ा कराओ प्लीज, थोड़ा खड़ा कराओ। क्लोज आबिद भाई मैं ये समझ गया था कि ये फिरका वरस्त बरेलियों की ब्रॉड है, तो तभी मैंने फौरन जवाब जो है ना, मैं इसको बिल्कुल मुखालिफत से में चलता हूँ। आप तो मेरे लिए मोहतरम है, आपसे बहुत कुछ सीखा है। आपसे तो बात जो है ना नहीं। बहुत शुक्रिया सर, बहुत शुक्रिया, थैंक यू। आपसे तो मैं बहुत सीखा हूँ, आप तो मेरे उस्ताद है जी। आप ब्रॉड पे जाएं तो आपको जो लगे आप उसके मुताबिक ही बिहेव करना शुरू कर देते, पूछते नहीं है कि ये कौन है, किसकी ब्रॉड है। बरेलियों के बारे में क्या शक पड़ा है आपको? यार आई एम सो सॉरी यार, मुझे गलती हो गई मुझसे। मैं अपनी बात को वापस ले लेता हूँ और मैं माजरत ख्वाह हूँ, शर्मिंदा हूँ। आमन नजीर भाई ये कादियानी कहना चाहता था, वहाँ पे बरेलवी कह गए, तो क्योंकि हमने वो रूहानी खजाइन का अपने ये पेज लगाया हुआ है, तो इस वजह से ये गलतफहमी हुई भाई को भी और हमें भी होगी। बिल्कुल सर। तो जी, इसके लिए माजरत ख्वाह हैं आमन नजीर भाई, शुक्रिया। चलो कोई बात नहीं, मैंने कहा पता नहीं बरेलवियों से भी नाराज है। नहीं। अमर भाई, जब आवाज इमरान साहब जाते हैं और जाके मर्दइयों से मुकालमा करते हैं, और ये बहुत अच्छा मुकालमा करते हैं, मैंने इनको सुना है। और मैं वो ना माँ काना मोहम्मद नबा हदीन, वो वाली आयत में जिब्रान साहब आपसे सुनना चाहता हूँ। आपने 2-3 दफा वहाँ पढ़ी, वो जरा सुना देंगे? मैंने इसके सामने ये आयत रखी थी, तो मैंने इसको कहा कि भाई आप इसी को फोकस करें, इसी को समझे, इसी के ऊपर अमल करें। और ख़त्म का लफ्ज़ जो है ना, अरबी अदब के हवाले से भी इसका तर्जुमा हो चुका है। बाकी जो है ना, आप आयत सुना। मकान मोहम्मदन आबा अहदुकुम रिजालुन वलाकिल्ला रसूलुल्लाह व खातमुन नबिय्यीन। ये अल्फाज जो है ना, शायद ठीक है, हाँ जिस तरह हो वही मैं कह रहा हूँ ना। हाँ मुझे आती है, मुझे जुबानी याद नहीं है। तो कहते जुबानी नहीं याद। माकाना मोहम्मद अबा अहद मिन रिजालिकुम वलाकिन रसूलुल्लाह व खातमुन नबिय्यीन। तो शुरू तो गलत पढ़ी। बिल्कुल सर, बिल्कुल सही कहा आपने। तो मैं यही बात कर रहा था उसके साथ, तो मैंने उसको कहा कि करवाने दो ना कुरान और मलक इमरान आमर भाई ਇਹ ਚੀਜ਼ ਜਿਹੜੀ ਇਹਨਾਂ ਬਿਆਨ ਕੀਤੀ ਹੈ, ਇਹਨਾਂ ਦੀ ਥੋੜੀ ਜਿਹੀ ਸਲਾਹ ਕਰਾ ਦਿਓ ਕਿ ਅਗਰ ਆਇਤ ਨਹੀਂ ਪੜ੍ਹਨੀ ਆਉਂਦੀ ਤਾਂ ਤਰਜਮਾ ਬਿਆਨ ਕਰ ਦਿਓ। मैं कुछ इस वजह तो आयत मैं कभी भी ना बयान नहीं तर्जमा, अगर कुरान की आयत पढ़नी नहीं आती तो मजहबी गुफ्तगू करने की क्या जरूरत है? पहले कुरान पढ़ना नहीं, मैं तो करूंगा ना। मैं तो सीख रहा हूँ, इसी तरह मैं सीख रहा हूँ, मुझे तो तरीका आता है। ठीक है, लेकिन आप किसी की इस्लाह करनी है या अपनी इस्लाह करनी है, तो भाई पहली बात तो ये है ना कि कुरान पढ़ना आना चाहिए। क्यों नहीं आना चाहिए? ये तो कोई नहीं कुरान पढ़ना नहीं आता, तर्जुमा पढ़ दिया।
उस वक़्त मेरे पास कुरान मजीद था, अभी नहीं है। जब नहीं है तो मैंने आपके अल्फाज के साथ जो है ना कोई नफी तो नहीं। जिब्रान भाई आपने वहाँ पे भी ऐसे पढ़ी थी, तो इस वजह से मैंने आपको कहा कि ये आयत पढ़े। आपने अच्छी वहाँ बात पर है, ऐसे आपने मुझे इस्लाह फरमाई है और इस्लाह जी जी करना चाहिए और इस्लाह एक दूसरे की होनी चाहिए। बहुत सारी ऐसी चीज़ें हैं जिस पे जो है ना मैं आपके साथ इत्तेफाक नहीं करूँगा, आप मेरे साथ इत्तेफाक नहीं करेंगे। बारकेफ आपने मुझे समझा दिया, तो इसके लिए मैं अल्लाह से आपके लिए अजर का तलबगार हूँ। बहरहाल हमारी भी ये दरख्वास्त है कि अगर आपको बिल्कुल सर, आपकी दरख्वास्त एक्सेप्टेबल है। आई एक्सेप्ट आप उनकी ना जिब्रान साहब एक मिनट बात उनकी मुकम्मल होने दें, आप बात सुन लें फिर आप जवाब दें प्लीज। दीन इस्लाम की तो बुनियाद कुरान करीम है ना, तो अगर आपकी बुनियाद ही सही नहीं है, यानी बुनियाद जो है उसको ही आप पकड़ नहीं सकते, कुरान करीम की आयत सीधे तरीके से पढ़ नहीं सकते। मैं नहीं कहता कि बगैर अराब के पढ़ें, भाई हम अजमी हैं, चलें अराब से पढ़ लें, लेकिन अराब से भी अगर पढ़नी नहीं आती, ऊपर से देख कर भी पढ़नी नहीं आती, चंद आयात भी ज़ुबानी नहीं याद, तो फिर मजहबी गुफ्तगू सुननी चाहिए, करनी नहीं चाहिए। सुनने में भी बंदे के इल्म में इजाफा होता है, लेकिन करेंगे तो गलत करेंगे, यानी आयत पढ़ेंगे तो गलत पढ़ेंगे। उसकी बजाय बेहतर है कि आप सुनकर अपने इल्म में इजाफा करें और उसको याद करें, उसको ज़हन में बिठाएं क्या बात सुनी है, कुरान करीम में क्या लिखा हुआ है, उसके आयत का तर्जमा क्या है, तफसीर क्या है, हदीस क्या है। तो ये सारी बातें सुन के भी बंदे के इल्म में इजाफा हो जाता है। कोई ज़रूरी नहीं होता कि बंदा खुद समझाना शुरू कर दे, क्योंकि जब आप एक चीज़ को नहीं जानते, आप उसके समझाने की कोशिश करते हैं, आप या मैं, हम अपने लिए भी सुबकी का बायस हमारी बात बनती है और दूसरे के लिए भी, मतलब अपने भाइयों के लिए भी। वो भी कहते हैं कि यार इस बंदे ने हमें शर्मिंदा करवाया, हमारा भाई था, वहाँ गया, इसको सीधी आयत नहीं पढ़नी आती। तो गलत पढ़ना वो बहुत ज़्यादा बुरा इम्प्रेशन देता है, वो आपके लिए भी तकलीफ़ का बायस होगा या नहीं होगा, लेकिन दूसरों का, आपके भाइयों के लिए तकलीफ़ का बायस होगा। वो कहेंगे यार ये ना ही जाता ऊपर, तो ना ही बात करता तो अच्छा। तो इसलिए ये जो बुनियादी चीज़ है ना कुरान करीम का, चले गए ना, ये बात है नजब बात साहब। आमिर भाई, मा काना मुहम्मद अबा अहद मिन रिजालिकुम वलाकिन रसूलुल्लाह व खातमुन नबी। ठीक है इन्हें ही है ना, ठीक है। मैं कह रहा अगे भी एक बंदा, दो आए ने तो दोवे सानू तबलीग करन लगे सन, जेड़े ने ना मुसलमान, इन्हां तो कोशिश करो कि अपने आप नूं पिछे ही रखो। इन्हां तुसीं कोई भी गल आखोगे ना, मरजाई फिर भी लिस्से ने, यानी उन्होंने दबका मारो ना तो उन्होंने शलवार गिली हो जाती। ये गोखड़ी घुआड़ी यार आते हैं, ये तुहानू मत्तां देंदे ने, ते मियां साहब एवें तो नहीं आख्या मत्तां वाले मैनूं मत्तां देंदे, इन्हां मत्तां वालियां मेरी मत मारी, ये मत मार लैणगे तुहाडी। इन्हां नूं बिल्कुल एक मीटर के फासले ते रख के इन्हां नाल गल करो, करनी गल करो, सही गल करदा कोई बंदा ते असीं ओहदा एहतराम करने आ, ओहदी इज्जत करने आ, ओनू मुहब्बत की निगाह नाल देखते। जेड़ा साडी सलाह करन तुरिया, आप कुरान की आयत भी नहीं पढ़नी आती, उन्होंने चुक के परा करो, ना को जाओ जाके किसी और बराड़ को जाके, साढ़े को इन्नी एनर्जी नहीं है। देख नहीं रहे कि हो रहा है, जायद जमील लगे आके जी चलाई है, देख नहीं रहे की कर रहे हैं मुसलमान, ये भी खुद नूं मुसलमान कहते हैं। आमिर भाई राती ਜਿਹੜਾ ਬਾਂਦਰ ਦਾ ਬੱਚਾ ਉਹ ਉੱਥੇ ਮਿਰਜ਼ਾਈਆਂ ਦੇ ਕੋਲ ਬਹਿ ਕੇ ਉਹ ਮਲਕਾ ਨਾ ਸੁਣਿਆ, ਡਿਸਕਸ ਨਾ ਕਰੀ ਉਹਨੂੰ, ਡਿਸਕਸ ਬੈਕ ਗੱਲ ਤਾਂ ਸੁਣ ਤੇ ਲੈ, ਹੁਣ ਕਰਨ ਤੇ ਦੇ ਯਾਰ, ਮੂੰਹ ਚ ਆ ਗਈ, ਹੁਣ ਕਰਨ ਦੇ, ਕੱਢਣ ਦੇ, ਕਰ ਦੇ। ਆਮਿਰ ਭਾਈ ਉਹ ਰਾਤੀ ਤੁਹਾਡੇ ਖਿਲਾਫ ਉਹ ਬਕਵਾਸ ਕਰ ਰਿਹਾ ਹੀ, ਯਾਨੀ ਕਿ ਤੁਹਾਡੇ ਉਹ ਜਿਹੜਾ ਪਲੀਤ ਜਾਨਵਰ ਹੈ ਉਸ ਤੋਂ ਇਲਾਵਾ ਉਸ ਦੇ ਮੂੰਹ ਦੇ ਵਿੱਚ ਹੋਰ ਕੋਈ ਗੱਲ ਨਹੀਂ, ਤੁਹਾਡੇ ਨਾਂ ਦੇ ਨਾਲ ਉਹਦਾ ਇਹ ਅਲਫਾਜ਼। कोई मसला नहीं। मैं पे कहना जदों बंदा इत्थे जे पहुंच जाता है तो बंदा सोचता है ना कि अच्छा हुंदा इस बंदे ने पहले दिन सलाम ही ना लेंदे, पहले दिन आमदे ने ते आके बराड़ ते बड़े तुहानू एप्रीशिएट करेंगे, आप बहुत अच्छा काम कर रहे हैं, आपकी बातें सुनकर बहुत मुतासर हुए हैं। पहले दिन वही गल्लां हुंदियां ने, हफ्ते बाद तुहानू डिक्टेट करना शुरू कर देंदे ने, ते तीजे हफ्ते जाके वो ते मरजाइयां नाल रल के तुहाडी मां भैण के कर देंदे। इस गल इन्हें तो एक मीटर के फासले ते रखो, इन्होंने एडियां जप्पियां ना पाओ। वो मुसलमान साडे वास्ते मुहब्बत और एहतराम दे लायक ने,
ਜਿਹੜੇ ਦੀਨ ਦਾ ਕੰਮ ਕਰਨਾ ਚਾਹੁੰਦੇ ਨੇ, ਜਾਂ ਉਹਨਾਂ ਦੀ ਨੀਅਤ ਅੱਛੀ ਹੈ, ਜਾਂ ਉਹਨਾਂ ਦੇ ਖਿਆਲਾਤ ਔਰ ਨਜ਼ਰੀਆਤ ਸਾਫ਼ ਨੇ, ਪਾਕ ਨੇ। ਜਿਨ੍ਹਾਂ ਦੇ ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਉਹ ਜੀ ਮੇਰੇ ਉੱਥੇ ਇੰਨੇ ਫਾਲੋਅਰਸ ਹਨ ਤੇ ਮੇਰੀ ਮੰਨਤਾ ਸੀ, ਮੇਰੇ ਨਾਲ ਦਾ ਚੌਧਰੀ ਕੋਈ ਨਹੀਂ, ਮੇਰੇ ਨਾਲ ਇੱਥੇ ਅੱਗੇ ਇੱਕ ਆਇਆ ਸੀ ਤੇ ਉਹ ਕਹਿੰਦਾ ਸੀ ਮੈਨੂੰ ਇੰਨੇ ਸਾਲ ਹੋ ਗਏ ਨੇ, ਮੈਂ ਉਸ ਵੇਲੇ ਗੱਡੀ ਵਾਸ਼ਿੰਗਟਨ ਲਾਈ ਸੀ ਤੇ ਮੈਂ ਸੁਣਿਆ ਉਹ ਕਹਿੰਦਾ ਸੀ ਮੈਨੂੰ ਤੇ ਇੰਨੇ ਸਾਲ ਹੋ ਗਏ ਨੇ ਇੱਥੇ ਟਿਕਟਾਕ ਦੇ ਉੱਤੇ, ਪਤਾ ਨਹੀਂ 6 ਸਾਲ ਹੋ ਕੇ ਦੱਸਦਾ ਸੀ, ਤੇ ਮੈਨੂੰ ਤਾਂ 2-2.5 ਸਾਲ ਇੱਥੇ ਟਿਕਟਾਕ ਤੇ ਆਇਆ ਹੋਏ ਨੇ। 6 ਸਾਲ ਹੋ ਗਏ। ਮਈ 2023 ਚ ਅਸੀਂ ਇੱਥੇ ਆਏ ਹਾਂ। ਹਾਂਜੀ। ਤੇ ਉਸ 2.5 ਸਾਲ ਸਾਨੂੰ ਹੋ ਗਏ ਨੇ। ਮੈਂ ਤੇ ਉਹ ਬੰਦੇ ਦੀ ਆਵਾਜ਼ ਪਹਿਲੀ ਵਾਰੀ ਸੁਣੀ, ਕਹਿੰਦੇ ਮੈਨੂੰ 6 ਸਾਲ ਹੋਏ ਨੇ। ਤੁਸੀਂ ਮਈ ਚ ਆਏ ਹੋ ਤੇ ਮੈਂ ਤੁਹਾਨੂੰ ਮਿਲਿਆ ਅਗਸਤ 18 ਨੂੰ ਮਲਕ ਤਲਤ ਦੀ ਉਹਨੂੰ 6 ਸਾਲ ਹੋ ਗਏ ਨੇ ਟਿਕਟੋਕ ਤੇ ਆਇਆ ਨੂੰ, ਤੇ ਟਿਕਟੋਕ ਨੂੰ ਆਇਆ ਨੂੰ ਵੀ 4 ਸਾਲ ਹੋ ਗਏ ਨੇ। ਬਹੁਤ ਅੱਲਾ